वेलकम सत श्री अकाल जी। मैं हाँ हरजोत कौर ते लेके हाजिर हाँ जी तुहाडा अपना खास इमीग्रेशन शो उडारी विदेशा नूं। हर वार दी तरह सवाल तुहाडे शामिल करांगे ताकि कोशिश करते हैं कि तुसीं अपने सुपनियां दी मंजिल तक पहुंचण लई जैन्युइन वे दे नाल पहुंच सको ते नाल दी नाल किसी भी तरह का डाउट तुहाडे मन विच ना रहे। जिन्ने भी लेटेस्ट अपडेट्स हुंदे ने वो भी असीं तुहाडे तक समय दे नाल पहुंचाते रहने आ। ते अज साडे नाल डिस्कशन दे लई स्टूडियो विच मौजूद हाँ जी सैटलिंग अब्रॉड इमीग्रेशन सो स्टडी वीज़ा एक्सपर्ट सुभाष महाजन जी। बहुत बहुत स्वागत है। सत श्री अकाल। सत श्री अकाल मैम जी। कई टॉपिक्स पर गल करांगे। फिलहाल सब तो पहले आस्ट्रेलिया ਨੂੰ ਲੈ ਕੇ ਗੱਲ करना चाहांगी कि जिवें कि आस्ट्रेलिया ने अनाउंस कर दिता है कि बॉर्डर जो है ओपन हो रहे हैं, पर फिर भी जो मैं लगातार स्टूडेंट्स की क्वेरीज आ रही ने उस तो ये चीज़ है कि जो स्टूडेंट है वो किते ना किते हले सैटिस्फाइड नहीं है। इस गल तो उन्होंने लग रहा है कि शायद हले सिर्फ कहा गया है पर शायद ये चीज़ां प्रैक्टिकली नहीं होणगीਆਂ। देखो एक्चुअली की है कि ना साडी कह लो कि एक नेचर है कि ਅਸੀਂ ਕਿਸੇ ਵੀ ਗੱਲ ਨੂੰ ਵਧਾ ਚੜਾ ਕੇ ਜਾਂ ਜੋ ਸਾਨੂੰ ਕਿਹਾ ਜਾਂਦਾ ਇੱਕ ਦੀਆਂ ਦੋ, ਦੋ ਦੀਆਂ ਚਾਰ, ਚਾਰ ਦੀਆਂ 8 ਬਣਦੀਆਂ। ਐਕਚੁਅਲੀ ਜੋ ਆਸਟ੍ਰੇਲੀਆ ਨੇ ਇੱਕ ਅਪਡੇਟ ਦਿੱਤਾ ਉਹ ਕੀ ਦਿੱਤਾ ਹੈ ਕਿ ਕਹ ਲੋ ਇੱਕ ਬੜਾ ਤਗੜਾ ਉਪਰਾਲਾ ਹੈ। ਕਹਿੰਦੇ ਨੇ ਕਿ ਜਿੱਦਾਂ ਇੱਕ ਪੰਜਾਬੀ ਚ ਕਹਾਵਤ ਹੈ ਕਿ ਸਾਡੇ ਘਰ ਦੇ ਕੋਲੇ ਹੀ ਸਹੀ। ਹੁਣ ਕੀ ਹੈਗਾ ਕਿ ਜਿਵੇਂ ਆਸਟ੍ਰੇਲੀਆ ਨੇ ਪਹਿਲੇ ਅਪਡੇਟ ਦਿੱਤਾ ਸੀ ਕਿ ਯਾਰ 2024 ਤੱਕ ਅਸੀਂ ਬੰਦ ਆ, ਤਾਂ ਉਸ ਟਾਈਮ ਵੀ ਆਪਾਂ ਨੂੰ ਸਬਰ ਸੀ ਕਿ ਬਈ ਯਾਰ 2024 ਤੱਕ ਅਸੀਂ ਨਾ ਰੁਕਣਾ ਹੀ ਰੁਕਣਾ, ਉਸ ਤੋਂ ਬਾਅਦ ਵੇਖਾਂਗੇ ਆਸਟ੍ਰੇਲੀਆ ਜਾਣਾ ਜਾਂ ਨਹੀਂ ਜਾਣਾ। ਜੋ ਐਕਚੁਅਲੀ ਆਸਟ੍ਰੇਲੀਆ ਦਾ ਜੋ ਡਿਪਾਰਟਮੈਂਟ ਆਫ ਹੋਮ ਅਫੇਅਰਸ ਦਾ ਜੋ ਮੇਜਰ ਕੰਸਰਨ ਕੀ ਹੈਗਾ, ਉਹਨਾਂ ਨੇ ਕੀ ਕਿਹਾ ਕਿ ਅਸੀਂ ਆਪਣੇ ਬੋਰਡਰਸ ਓਪਨ ਕਰਾਂਗੇ 19 ਨਵੰਬਰ ਤੋਂ ਬਾਅਦ। ਲੇਕਿਨ ਉਹਨਾਂ ਨੇ ਦੋ ਪਾਲਿਸੀਆਂ ਦੇ ਵਿੱਚ ਜੋ ਆਪਣੇ ਬੋਰਡਰਸ ਰੀਓਪਨ ਦੀ ਕਨਸੈਪਟ ਨੂੰ ਦੋ ਤਰ੍ਹਾਂ ਡਿਵਾਈਡ ਕਰ ਦਿੱਤਾ, ਜਿਹਦੇ ਵਿੱਚ ਫਸਟ ਸਬ ਕਲਾਸ ਆਉਂਦੀ ਹੈ ਇਮੀਗ੍ਰੈਂਟਸ ਮੀਨਸ ਕਿ ਜਿਵੇਂ ਮੈਂ ਪਰਮਾਨੈਂਟ ਸਟੇ ਲਈ ਜਾ ਰਿਹਾ, ਉਹਨਾਂ ਲਈ ਕੀ ਕੀਤਾ ਕਿ ਉਹਨਾਂ ਨੇ ਮੇਜਰ ਜਿਹੜਾ ਬੇਸ ਗਰਾਊਂਡ ਹੈਗੀ ਹੈ ਉਹ ਉਹਨਾਂ ਨੇ ਸਟਾਰਟ ਕੀਤੀ ਹੈਗੀ ਹੈ ਸਿਡਨੀ ਤੋਂ। ਮਤਲਬ ਜਿਵੇਂ ਕਿ ਜਿੱਦਾਂ ਆਪਣੇ ਇੰਡੀਆ ਤੋਂ ਜਿੱਦਾਂ ਡਾਇਰੈਕਟ ਫਲਾਈਟਾਂ ਸਟਾਰਟ ਹੋਈਆਂ ਤੇ ਮੇਜਰ ਬੋਰਡ ਜਿਹੜਾ ਹੈਗਾ ਰੱਖਿਆ ਉਹਨਾਂ ਨੇ ਦਿੱਲੀ ਟਰਮੀਨਲ। ਸੇਮ ਐਸਾ ਚ ਉਹਨਾਂ ਨੇ ਸਿਡਨੀ ਟਰਮੀਨਲ ਰੱਖਿਆ ਨਿਊ ਸਾਊਥ ਵੇਲਸ ਦੇ ਵਿੱਚ ਕਿ ਫਸਟਲੀ ਜੇ ਤੁਸੀਂ ਉੱਥੇ ਆ ਰਹੇ ਹੋ ਉੱਥੇ ਤੁਸੀਂ ਆਪਣੇ ਆਪ ਨੂੰ ਆਈਸੋਲੇਟ ਕਰੋਗੇ ਕਿ ਦੈਨ ਚਾਹੇ ਤੁਸੀਂ ਬ੍ਰਿਸਬੇਨ ਜਾਣਾ, ਐਡੀਲੇਡ ਜਾਣਾ, ਤਸਮਾਨੀਆ ਕਿਤੇ ਵੀ ਜਾਣਾ, ਹੋਬਾਰਟ ਸਾਈਡ ਜਾਣਾ, ਤੁਸੀਂ ਉੱਧਰੋਂ ਟਰੈਵਲ ਕਰ ਸਕਦੇ ਹੋ। ਦੂਸਰੀ ਜੋ ਮੇਜਰ ਕੰਡੀਸ਼ਨ ਕੀ ਹੈ, ਦੇਖੋ ਜਿਸ ਚੀਜ਼ ਤੋਂ ਸਾਡੀ ਕੁਐਰੀਜ਼ ਜਨਰੇਟ ਹੋ ਰਹੀ ਹੈ, ਆਸਟ੍ਰੇਲੀਆ ਕਹਿੰਦਾ ਕਿ ਜੇ ਤੁਸੀਂ ਫੁੱਲੀ ਵੈਕਸੀਨੇਟਿਡ ਹੋ, ਸੇਮ ਕੈਨੇਡਾ ਦੀ ਤਰ੍ਹਾਂ 14 ਦਿਨ ਪੁਰਾਣੀ ਤੁਹਾਡੀ ਜਿਹੜੀ ਸੈਕਿੰਡ ਡੋਜ਼ ਹੋਣੀ ਚਾਹੀਦੀ ਹੈ, ਫੁੱਲੀ ਵੈਕਸੀਨੇਟਿਡ ਤੁਹਾਡੇ ਕੋਲ ਸਰਟੀਫਿਕੇਸ਼ਨ ਹੈਗਾ, ਤੇ ਦੈਨ ਤੁਸੀਂ ਉੱਥੇ ਅਰਾਈਵ ਕਰ ਸਕਦੇ ਹੋ। ਦੂਸਰੀ ਕੰਡੀਸ਼ਨ ਜੋ ਕਿ ਹਜੇ ਉਹ ਉਪਰਾਲਾ ਸਾਡੇ ਲਈ ਆਣਾ ਮੇ ਵੀ ਹੋਪ ਸੋ ਕਿ 15 ਅਕਤੂਬਰ ਤੋਂ ਲੈ ਕੇ ਲਾਸਟ ਅਕਤੂਬਰ ਤੱਕ ਆ ਜਾਏ ਕਿ ਕਿਸ ਅਕੋਰਡਿੰਗ ਉਹ ਸਾਨੂੰ ਟਰੈਵਲ ਕਰਨ ਦੀ ਪਰਮਿਸ਼ਨ ਦਿੰਦੇ ਆ। ਇਨ ਦਾ ਪਰਮਿਸ਼ਨ ਇਨ ਦਾ ਸੈਂਸ ਕਿ ਜਿਵੇਂ ਉਹਨਾਂ ਨੇ ਹੁਣ ਤੁਸੀਂ ਮੰਨ ਕੇ ਚੱਲੀਏ ਕਿ ਇੰਡੀਆ ਤੋਂ ਡਾਇਰੈਕਟ ਫਲਾਈਟਾਂ ਸਟਾਰਟ ਹੋ ਗਈਆਂ ਹੈ ਨਾ, ਸੋ ਆਸਟ੍ਰੇਲੀਆ ਇਹ ਚੀਜ਼ਾਂ ਨਹੀਂ ਕਰੂਗਾ ਕਿ ਇਨਡਾਇਰੈਕਟ ਵੇਜ਼ ਨਾ ਹੋਗਾ ਕਿ ਬਾਈ ਜੀ ਪਹਿਲੇ ਤੁਸੀਂ ਮਾਲਦੀਵ ਜਾਓ, ਮਾਲਦੀਵ ਤੋਂ ਫਿਰ ਆਸਟ੍ਰੇਲੀਆ ਜਾਓ। ਮਤਲਬ ਮੇਰੇ ਕਹਿਣ ਦਾ ਮਕਸਦ ਹੈ ਉਹ ਡਾਇਰੈਕਟ ਫਲਾਈਟਸ ਹੀ ਹੋਏਗੀ, ਪਰ ਲੇਕਿਨ ਸਿਲੈਕਟਡ ਟਰਮੀਨਲ ਦੇ ਵਿੱਚੋਂ। ਔਰ ਦੂਸਰਾ ਮੇਜਰ ਕੰਡੀਸ਼ਨਸ ਕੀ ਹੋਏਗੀ ਜੋ ਉਹਦੀ ਮੈਡੀਕਲ ਕੰਡੀਸ਼ਨਸ ਨੂੰ ਲੈ ਕੇ ਕਿ ਆਪਣੇ ਕੋਲ ਮੈਡੀਕਲ ਦੀ ਫਾਰਮੈਲਿਟੀਜ਼ ਦੇ ਲਈ ਕੀ ਪੇਪਰ ਆਪਣੇ ਤੋਂ ਡਿਮਾਂਡ ਕਰਦੇ ਆ। ਇੱਕ ਇਸ ਪ੍ਰੋਸੈਸ ਨੂੰ ਟੈਕਨੀਕਲੀ ਟਰਮ ਦੇ ਵਿੱਚ ਕਿਹਾ ਜਾਂਦਾ ਅਜੰਪਸ਼ਨਸ ਕਿ ਸਾਡੇ ਤੇ ਕੀ ਅਜੰਪਸ਼ਨਸ ਲਾਗੂ ਹੋਈਆਂ, ਕਿਆ ਉਹ ਕਿ ਉਸ ਪੈਰਾਮੀਟਰ ਨੂੰ ਅਸੀਂ ਫੁੱਲਫਿਲ ਕਰ ਰਹੇ ਹਾਂ, ਤੇ ਉਹ ਚੀਜ਼ ਗਾਈਡ ਹੋਣੀ ਚਾਹੀਦੀ ਹੈ। ਔਰ ਦੂਸਰਾ ਜੋ ਤੁਸੀਂ ਸ਼ੋਅ ਤੋਂ ਸ਼ੁਰੂਆਤ ਹੋਣ ਤੋਂ ਪਹਿਲੇ ਇੱਕ ਗੱਲ ਕਹੀ ਸੀ ਕਿ ਜੈਨੂਇਨ ਵੀਜ਼ਾ, ਉਹ ਮੇਰੇ ਦਿਮਾਗ ਤੇ ਪੁਆਇੰਟ ਸਟਕ ਕਰ ਗਿਆ। ਉਸ ਚੀਜ਼ ਨੂੰ ਮੈਂ ਕਹਿਣਾ ਚਾਹੁੰਦਾ ਕਿ ਜੈਨੂਇਨ ਵੀਜ਼ਾ ਮੀਨਸ ਕਿ ਕਹਿ ਲਓ ਕਿ ਤੁਹਾਡੇ ਸਹੀ ਏਜੰਟ ਦੀ ਇੱਕ ਗਾਈਡਲਾਈਨਸ ਜੋ ਦੇਖੋ ਹੁਣ ਗੱਲ ਨਹੀਂ ਸਮਝੇ, ਮੈਨੂੰ ਨੌਲੇਜ ਹੀ ਘੱਟ ਹੈ ਤੇ ਮੈਂ ਤੁਹਾਨੂੰ ਉਸ ਕੋਡਿੰਗ ਜਜਮੈਂਟ ਕਰੂੰਗਾ। ਜੇ ਮੈਨੂੰ ਨੌਲੇਜ ਅਬਰੋਡ ਹੈ ਤੇ ਉਸ ਕੋਡਿੰਗ ਤੁਹਾਨੂੰ ਵੇ ਟੂ ਰਿਪਰੈਜ਼ੈਂਟ ਉਹ ਤੁਹਾਨੂੰ ਮੈਂ ਜਸਟੀਫਿਕੇਸ਼ਨ ਦਊਂਗਾ। ਸੋ ਇੱਕ ਵੱਡਾ ਹੀ ਬਹੁਤ ਵੱਡੀ ਗੱਲ ਹੈਗੀ ਹੈ ਕਿ ਜਿਨ੍ਹਾਂ ਬੱਚਿਆਂ ਦਾ ਆਸਟ੍ਰੇਲੀਆ ਦਾ ਵੀਜ਼ਾ ਆ ਗਿਆ ਜਾਂ ਜੋ ਹੁਣ ਆਪਣਾ ਅਪਲਾਈ ਕਰਕੇ 19 ਨਵੰਬਰ ਤੋਂ ਪਹਿਲੇ ਵੀਜ਼ਾ ਲੈ ਲੈਣਗੇ ਤਾਂ ਉਹ ਟਰੈਵਲ ਕਰ ਸਕਦੇ ਆ। ਇਹ ਵੀ ਨਹੀਂ ਹੈਗਾ ਕਿ ਜੇ ਮੈਂ ਫਾਈਲ ਲਗਾਤੀ ਮੇਰਾ 19 ਨਵੰਬਰ ਤੱਕ ਰਿਜ਼ਲਟ ਨਹੀਂ ਆਉਂਦਾ ਤਾਂ ਸਟਿਲ ਮੈਂ ਕਿਆ ਟਰੈਵਲ ਨਹੀਂ ਕਰ ਪਾਊਂਗਾ। ਦੇਖੋ ਜੇ ਮੀਨਸ ਜੇ ਬੋਰਡਰਸ ਓਪਨ ਕਰ ਰਹੇ ਆ ਉਹ ਸਭ ਲਈ ਕਰਨਗੇ, ਪਰ ਲੇਕਿਨ ਜੋ ਫਸਟ ਪ੍ਰਾਇੋਰਟੀ ਕਹਿੰਦੇ ਨੇ ਕਿ ਫਸਟ ਇਨ ਕਿਊ ਯੂ ਵਿਲ ਸਰਵ ਫਸਟ, ਕਿ ਪਹਿਲੇ ਜੇ ਤੁਸੀਂ ਲਾਈਨ 'ਚ ਸੀ ਤੇ ਪਹਿਲੇ ਤੁਸੀਂ ਸਰਵ ਹੋਵੋਗੇ। ਹੁਣ ਬਾਈ ਡਿਫਾਲਟ ਜਿਸ ਬੱਚੇ ਨੇ ਨਾ ਟਾਈਮ ਦਿੱਤਾ, ਆਪਣਾ ਪ੍ਰੀਸ਼ੀਅਸ ਟਾਈਮ ਦਿੱਤਾ, ਆਨਲਾਈਨ ਕਲਾਸਿਸ ਲਗਾਈ ਹੈ, ਉਹ ਬੱਚੇ ਨੂੰ ਬਾਈ ਡਿਫਾਲਟ ਹੈ ਮੈਜੋਰਟੀ ਫਸਟ ਹੈ। ਬਿਲਕੁਲ, ਕਿਉਂਕਿ ਸਾਰਿਆਂ ਦੇ ਮਨ ਵਿੱਚ ਇਹੀ ਸਵਾਲ ਹੁੰਦਾ ਕਿ ਕਿਤੇ ਇਹ ਤਾਂ ਨਹੀਂ ਹੋਏਗਾ ਕਿ ਅਸੀਂ ਆਨਲਾਈਨ ਕਲਾਸਾਂ ਇੱਥੇ ਹੀ ਲਗਾਉਂਦੇ ਰਹਿ ਜਾਈਏ, ਕਿਉਂਕਿ ਪਿੱਛੇ ਕੋਈ ਸਟੂਡੈਂਟਸ ਦਾ ਜੋ ਐਕਸਪੀਰੀਅੰਸ ਉਵੇਂ ਸਹੀ ਨਹੀਂ ਰਿਹਾ ਸੀ। ਲੇਕਿਨ ਹੁਣ ਜੋ ਹੈ ਬਹੁਤ ਹੀ ਪੋਜ਼ਿਟਿਵ ਰਿਜ਼ਲਟਸ ਆਉਣ ਦੀ ਉਮੀਦ ਹੈ, ਤੇ ਜਿੰਨੇ ਵੀ ਸਟੂਡੈਂਟਸ ਅਗਰ ਹੁਣ ਐਡਮਿਸ਼ਨਸ ਕਰਵਾਉਂਦੇ ਨੇ ਤੇ ਉਹਨਾਂ ਦਾ ਓਬਵੀਅਸ ਹੈ ਕਿ ਉਹ ਪ੍ਰਾਇੋਰਟੀ ਤੇ ਹੋਣਗੇ ਜਦ ਵੀਜ਼ਾ ਲੱਗੇਗਾ। ਪਹਿਲਾਂ ਆਸਟ੍ਰੇਲੀਆ ਪਹੁੰਚਣ ਦੀ ਲਾਈਨ ਵਿੱਚ ਉਹ ਜ਼ਰੂਰ ਅੱਗੇ ਖੜੇ ਹੋਣਗੇ। ਤੇ ਤੁਹਾਡੇ ਹੋਰ ਵੀ ਕੋਈ ਸਵਾਲ ਹੋਣ ਤਾਂ ਸਕਰੀਨ ਤੇ ਲਗਾਤਾਰ ਨੰਬਰ ਡਿਸਪਲੇ ਹੋ ਰਹੇ, ਇਸ ਉੱਪਰ ਕਾਲ ਕਰਕੇ ਤੁਸੀਂ ਸਵਾਲ ਕਰ ਸਕਦੇ ਹੋ, ਸ਼ੋਅ ਵਿੱਚ ਵੀ ਕਰ ਸਕਦੇ ਹੋ, ਸ਼ੋਅ ਦੇ ਬਾਅਦ ਵੀ ਇਹਨਾਂ ਨੰਬਰਾਂ ਉੱਪਰ ਹੀ ਕਾਲ ਕਰਕੇ ਹੋਰ ਜਾਣਕਾਰੀ ਜ਼ਰੂਰ ਲੈ ਸਕਦੇ ਹੋ। ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਸੈਟਲਿੰਗ ਅਬਰੋਡ ਦੇ ਆਫਿਸ ਤਾਂ ਸੈਕਟਰ 3B2 ਮੋਹਾਲੀ ਵਿੱਚ ਇਹਨਾਂ ਦਾ ਆਫਿਸ ਹੈ, ਤੁਸੀਂ ਡਾਕੂਮੈਂਟਸ ਲੈ ਕੇ ਵਿਜ਼ਿਟ ਜ਼ਰੂਰ ਕਰ ਸਕਦੇ ਹੋ। ਅੱਗੋਂ ਆਪਾਂ ਹੁਣ ਕੈਨੇਡਾ ਦੀ ਅਗਰ ਗੱਲ ਕਰ ਲਈਏ, ਆਸਟ੍ਰੇਲੀਆ ਦਾ ਪੁਆਇੰਟ ਜੋ ਸੀ ਮੇਜਰ ਬਹੁਤ ਸਾਰੀ ਕੁਐਰੀਜ਼ ਸੀ ਉਹ ਕਲੀਅਰ ਹੋ ਚੁੱਕੀਆਂ ਨੇ। ਕੈਨੇਡਾ ਦੀ ਅਗਰ ਗੱਲ ਕਰੀਏ ਕਿ ਇਸ ਟਾਈਮ ਤੇ ਸਟੂਡੈਂਟਸ ਜਿਹੜੇ ਓਵਰਆਲ 6 ਨੇ 1 ਜਾਂ 2 ਦੇ ਵਿੱਚ 5.5 ਹੈ, ਉਹਨਾਂ ਨੂੰ ਅਪਲਾਈ ਕਰਨਾ ਚਾਹੀਦਾ ਜਾਂ ਫਿਰ ਉਹ ਆਪਣਾ ਟਾਈਮ ਵੇਸਟ ਨਾ ਕਰਕੇ ਕੋਈ ਹੋਰ ਆਪਸ਼ਨ ਦੇ ਉੱਪਰ ਸੋਚਣ?
ਜੀ ਬਿਲਕੁਲ। ਫਸਟ ਆਫ ਆਲ ਜੇ ਤੁਸੀਂ ਹੁਣ ਗੱਲ ਕੈਨੇਡਾ ਦੀ ਕਰ ਰਹੇ ਹੋ, ਇਸ ਟਾਈਮ ਜੋ ਮੇਜਰ ਫਾਲ ਇਨਟੇਕ ਹੈ ਆਪਾਂ ਮੈਂ ਜੈਨ ਨੂੰ ਸਕਿਪ ਕਰਨਾ ਚਾਹੂੰਗਾ। ਰੀਜ਼ਨ ਕੀ ਹੈ ਕਿ ਜੈਨ ਦੇ ਵਿੱਚ ਇਸ ਟਾਈਮ ਨਾ ਅਵੇਲੇਬਿਲਿਟੀ ਬਹੁਤ ਘੱਟ ਹੈ। ਲਾਈਕ ਮੈਂ ਚੂਜ਼ਿੰਗ ਨਹੀਂ ਬਣ ਸਕਦਾ ਕਿ ਮੈਂ ਕਹੂੰਗਾ ਕਿ ਯਾਰ ਮੈਂ ਜਾਣਾ ਹੀ ਇਸ ਕੈਂਪਸ 'ਚ ਹੈ, ਇਸ ਜਗ੍ਹਾ ਜਾਣਾ ਹੈ, ਉਹ ਮੇਰੇ ਲਈ ਅਵੇਲੇਬਿਲਿਟੀ ਨਹੀਂ ਹੈਗੀ। ਇਸ ਟਾਈਮ ਜੋ ਫਾਲ ਇਨਟੇਕ ਹੈਗਾ ਆਪਾਂ ਮੈਂ ਜੋ ਮੇਜਰ ਇਨਟੇਕ ਮੈਂ ਮਈ ਨੂੰ ਕੰਸੀਡਰ ਕਰ ਰਿਹਾ। ਬਾਕੀ ਇਹ ਨਹੀਂ ਹੈਗਾ ਕਿ ਤੁਹਾਡੇ 1 ਚੋਂ 5.5 ਹੈ ਜਾਂ 2 ਚੋਂ 5.5 ਹੈ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਊਗਾ। ਐਕਚੁਅਲੀ ਕੰਸਰਨ ਕੀ ਹੁੰਦਾ ਹੈ, ਮੇਜਰ ਇਨ੍ਹਾਂ ਪ੍ਰੋਫਾਈਲ ਦੇ ਉੱਤੇ ਬਹੁਤ ਕਹਿ ਲਓ ਕਿ ਨਾ ਬਹੁਤੀ ਐਵਰੇਜ ਪ੍ਰੋਫਾਈਲਸ ਹੈਗੇ ਆ, ਇਹਨਾਂ ਤੇ ਏਜੰਟਸ ਦੀ ਜਿਹੜੀ ਗਾਈਡਲਾਈਨਸ ਹੈ, ਏਜੰਟਸ ਦੇ ਐਫਰਟਸ ਹੈ, ਉਹਦਾ ਪਲਾਨ ਆਫ ਐਕਸ਼ਨ, ਉਹ ਚੀਜ਼ਾਂ ਮੈਟਰ ਕਰਨਗੀਆਂ। ਦੇਖੋ ਕੋਈ ਵੀ ਪ੍ਰੋਫਾਈਲ ਹੈ, ਚਾਹੇ ਓਵਰਆਲ 6 ਹੈ, ਚਾਹੇ 6.5 ਹੈ, ਚਾਹੇ 5.5 ਬੈਂਡ ਹੈ, ਤੁਹਾਡੀ ਉਸ ਚੀਜ਼ ਦੀ ਮੈਟਰ ਕਰਦੀਆਂ ਹੈਗੀਆਂ 3 ਟਰਮਸ ਜੋ ਮੈਂ ਵਾਰ-ਵਾਰ ਰਿਪੀਟਲੀ ਕਰਨਾ। ਪਹਿਲੀ ਟਰਮ ਹੁੰਦੀ ਤੁਹਾਡੇ ਫਾਈਨੈਂਸ਼ੀਅਲਸ, ਕਿ ਤੁਹਾਡਾ ਸੋਰਸ ਆਫ ਇਨਕਮ, ਕਿਆ ਵਾਕਈ ਤੁਹਾਡਾ ਸੋਰਸ ਆਫ ਇਨਕਮ ਇੰਨਾ ਕੁ ਸੋਲਿਡ ਹੈਗਾ ਕਿ ਜੋ ਹਾਈ ਕਮਿਸ਼ਨਰ ਨੂੰ ਇਸ ਚੀਜ਼ ਦੀ ਜਸਟੀਫਿਕੇਸ਼ਨ ਹੋਵੇ ਕਿ ਕੱਲ ਨੂੰ ਜੇ ਤੁਸੀਂ ਬਾਹਰ ਆਉਂਦੇ ਹੋ ਇੱਥੋਂ ਦੇ ਖਰਚੇ ਪਾਣੀ ਨੂੰ ਬੇਅਰ ਕਰ ਸਕਦੇ ਹੋ, ਕਿ ਤੁਸੀਂ ਸਰਵਾਈਵ ਕਰ ਸਕਦੇ ਹੋ। ਸੋ ਪ੍ਰੋਪਰਲੀ ਜਸਟੀਫਿਕੇਸ਼ਨ ਚਾਹੀਦੀ ਹੈ। ਦੂਸਰਾ ਮੈਟਰ ਅਪ ਕਰਦਾ ਹੈ ਤੁਹਾਡੇ ਕੋਰਸ ਦੀ ਰੈਲੀਵੈਂਸੀ, ਕਿ ਜੋ ਤੁਸੀਂ ਫਲੈਸ਼ਬੈਕ 'ਚ ਪੜ੍ਹੇ ਹੋ, ਅਪਕਮਿੰਗ ਸਟੱਡੀ ਤੁਹਾਡੇ ਉਹਦੀ ਰੈਲੀਵੈਂਸੀ 'ਚ ਹੈ। ਤੀਸਰਾ ਹੁੰਦੀ ਤੁਹਾਡੀ ਐਸਓਪੀ, ਜੋ ਬਹੁਤ ਹੀ ਰੋਲ ਅਦਾ ਕਰਦੇ। ਜੇ ਤੁਹਾਡੇ 3 ਫੈਕਟਰਸ ਕਲੀਅਰ ਹੈ ਤੇ ਤੁਹਾਡਾ ਵੀਜ਼ਾ ਕਲੀਅਰ ਹੈ। ਜੀ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹੈਲੋ ਹਾਂਜੀ, ਮਨਪ੍ਰੀਤ ਜੀ ਗੱਲ ਕਰ ਰਹੀ ਹਾਂ ਮੈਂ। ਹਾਂਜੀ, ਕੀ ਸਵਾਲ ਹੈ? ਮੈਮ ਮੈਂ ਆਸਟ੍ਰੇਲੀਆ ਵਾਸਤੇ ਪੁੱਛਣਾ ਸੀ। ਓਕੇ, ਆਪਣੀ ਪ੍ਰੋਫਾਈਲ ਦੱਸ ਦਿਓ। ਗ੍ਰੈਜੂਏਸ਼ਨ ਕਰੀ ਹੋਈ ਹੈ ਮੈਮ, ਮੈਂ 2019 ਦੇ ਵਿੱਚ ਡਨ ਕੀਤੀ ਸੀ। ਓਕੇ ਉਸ ਤੋਂ ਬਾਅਦ ਮੈਮ ਮੇਰਾ ਨਾ ਮਤਲਬ ਲਾਈਕ ਕੈਨੇਡਾ ਲਈ ਅਪਲਾਈ ਕੀਤਾ ਸੀ, ਬਟ ਮੇਰਾ ਰਿਫਿਊਜ਼ ਹੋ ਗਿਆ ਸੀ। ਓਕੇ ਠੀਕ ਹੈ। ਹੁਣ ਮਤਲਬ ਮੈਂ ਆਸਟ੍ਰੇਲੀਆ ਲਈ ਕਰ ਸਕਦੀ ਹਾਂ ਕਿ ਇਦਾਂ ਦਾ ਕੋਈ ਇਸ਼ੂ ਤਾਂ ਨਹੀਂ ਹੈ ਕਿ ਹੁਣ ਅਗਰ ਆਪਾਂ ਕੇਸ ਅਪਲਾਈ ਕਰਦੇ ਹਾਂ ਕੋਈ ਜਾਣ ਚ ਕੋਈ ਇਦਾਂ ਤਾਂ ਨਹੀਂ ਹੋਊਗਾ ਕਿ ਇੱਥੇ ਹੀ ਸਟੱਡੀ ਕਰਨੀ ਪਊਗੀ? ਜੀ ਉਹੀ ਸਵਾਲ ਜੋ ਆਪਾਂ ਪਹਿਲਾਂ ਗੱਲ ਕਰ ਰਹੇ ਸੀ। ਗੁੱਡੀ ਤੁਹਾਡਾ ਆਇਲਸ ਬੈਂਡ ਸਕੋਰ ਦੱਸ ਦਿਓ। 6.5 not less than 5.5। ਬਿਲਕੁਲ ਜੀ ਮਨਪ੍ਰੀਤ, ਤੁਸੀਂ ਆਪਣਾ ਸਵਾਲ ਟੀਵੀ ਤੇ ਸੁਣੋ। ਐਕਚੁਅਲੀ ਕੀ ਹੈਗਾ, ਦੇਖੋ ਮਨਪ੍ਰੀਤ, ਇਹ ਚੀਜ਼ ਟੌਪਿਕ ਅਸੀਂ ਸ਼ੋਅ ਦੇ ਵਿੱਚ ਸਟਾਰਟਿੰਗ 'ਚ ਇਹ ਚੀਜ਼ ਨੂੰ ਟੌਪਿਕ ਨੂੰ ਕਲੀਅਰ ਕਰ ਪਾਏ ਹਾਂ। ਬਾਕੀ ਬਿਲਕੁਲ ਤੁਹਾਡਾ ਵਧੀਆ ਕੰਸਰਨ ਹੈਗਾ ਕਿ ਜੇ ਤੁਸੀਂ ਇੱਕ ਵਾਰ ਕੈਨੇਡਾ ਤੋਂ ਰਿਫਿਊਜ਼ ਹੋ ਗਏ ਹੋ, ਨਾਓ ਯੂ ਵਾਂਟ ਟੂ ਸਵਿਚ ਦਾ ਕੰਟਰੀ, ਹੈ ਨਾ। ਦੇਖੋ ਮੈਮ 2 ਤਰ੍ਹਾਂ ਦੀ ਪ੍ਰੋਫਾਈਲਸ ਹੁੰਦੀਆਂ, ਜੋ ਮੈਂ ਹਰ ਵਾਰ ਇੱਕ ਚੀਜ਼ ਰਿਪੀਟ ਕਰਦਾ, ਕਿਆ ਹੈਗਾ ਕਿ ਜਿਵੇਂ ਕੋਈ ਬੱਚੇ ਹੁੰਦੇ ਯਾਰ ਕਿਤੇ ਵੀ ਹੋ ਜੇ, ਚਾਹੇ ਕੈਨੇਡਾ ਹੋ ਜਾਏ ਇਧਰ ਆਸਟ੍ਰੇਲੀਆ ਹੋ ਜਾਏ, ਕੁਝ ਕੁ ਬੱਚੇ ਹੁੰਦੇ ਆ ਕਿ ਨਹੀਂ ਯਾਰ ਆਪਾਂ ਕਰਨਾ ਹੀ ਆਸਟ੍ਰੇਲੀਆ, ਫਿਕਸ ਹੁੰਦਾ ਉਹਨਾਂ ਦੀ ਚੁਆਇਸ। ਬਿਲਕੁਲ ਬਾਕੀ ਕੋਈ ਦਿੱਕਤ ਨਹੀਂ ਹੈਗਾ ਮਨਪ੍ਰੀਤ, ਤੁਸੀਂ ਆਰਾਮ ਨਾਲ, ਤੁਹਾਨੂੰ ਆਸਟ੍ਰੇਲੀਆ ਵੈਲਕਮ ਕਰ ਰਿਹਾ। ਇਹਦੇ ਵਿੱਚ ਤੁਸੀਂ ਲੈਵਲ 1 ਜਾਂ ਲੈਵਲ 2 ਦੀ ਅੱਛੀ ਯੂਨੀਵਰਸਿਟੀਜ਼ ਲੈ ਸਕਦੇ ਹੋ ਅਕੋਰਡਿੰਗ ਟੂ ਯੂਰ ਫਾਈਨੈਂਸ਼ੀਅਲਸ। ਬਾਕੀ ਜੋ ਤੁਸੀਂ ਕੈਨੇਡਾ ਦੇ ਰਿਫਿਊਜ਼ ਹੋ ਉਹਦੀ ਜਸਟੀਫਿਕੇਸ਼ਨ ਕਦੀ ਨਹੀਂ ਆਊਗੀ। ਇੱਕ ਚੀਜ਼ ਨੋਟਿਸ ਰੱਖਿਓ ਕਿ ਕਦੀ ਵੀ ਜਿਹੜੀ ਬੋਰਡਰਸ ਕੰਟਰੀਜ਼ ਹੈ ਦੇ ਹੈਵ ਸ਼ੇਅਰਸ ਦਾ ਡੇਟਾ, ਉਹ ਆਪਣਾ ਡੇਟਾ ਸ਼ੇਅਰਸ ਕਰਦੀ ਹੈ। ਆਸਟ੍ਰੇਲੀਆ ਕੈਨੇਡਾ ਕਦੀ ਡੇਟਾ ਨਹੀਂ ਸ਼ੇਅਰ ਕਰੂਗਾ। ਬਾਕੀ ਇੱਕ ਚੀਜ਼ ਨੂੰ ਸਮਝਣਾ ਚਾਹੁੰਦਾ, ਹਰ ਵਾਰ ਮੈਂ ਇੱਕ ਚੀਜ਼ ਰਿਪੀਟਲੀ ਕਹਿੰਦਾ, ਰਿਫਿਊਜ਼ਲ ਚੀਜ਼ ਕੀ ਹੈ, ਪਹਿਲੇ ਤਾਂ ਇਹ ਚੀਜ਼ ਨੂੰ ਸਮਝੀਏ ਆਪਾਂ। ਰਿਫਿਊਜ਼ਲ ਕੀ ਹੈ ਕਿ ਤੁਹਾਡੀ ਜਿਹੜੀ ਫਾਈਲ ਦੀ ਰਿਪਰੈਜ਼ੈਂਟੇਸ਼ਨ ਸੀ ਉਹ ਵੀਜ਼ਾ ਆਫਿਸਰ ਨੂੰ ਪਸੰਦ ਨਹੀਂ ਆਈ। ਬਿਲਕੁਲ ਬਿਲਕੁਲ ਤੁਹਾਡਾ ਜਿਹੜਾ ਵੇ ਟੂ ਰਿਪਰੈਜ਼ੈਂਟ ਦਾ ਫਾਈਲ ਸੀ ਨਹੀਂ ਸੀ। ਇਹ ਨਹੀਂ ਆਪਾਂ ਵੀ ਸੁਣਦੇ ਆ ਕਿ ਯਾਰ ਬੰਦਾ 3 ਵਾਰ ਰਿਫਿਊਜ਼ ਸੀ, ਨਾਓ ਹੀ অর ਸ਼ੀ ਵਿਲ ਗੈਟ ਦਾ ਵੀਜ਼ਾ, ਕਿ ਉਹਨੂੰ ਵੀਜ਼ਾ ਆ ਗਿਆ। ਦੇਖੋ ਇਹ ਨਹੀਂ ਹੈਗਾ ਕਿ ਤੁਸੀਂ ਰਿਫਿਊਜ਼ ਹੋ ਗਏ ਹੋ, ਤੁਹਾਡਾ ਉਸ ਕੰਟਰੀ ਦਾ ਦਰਵਾਜ਼ੇ ਬੰਦ ਹੋ ਗਿਆ। ਦੇਖੋ ਐਕਚੁਅਲ 'ਚ ਕੀ ਹੁੰਦਾ ਹੈ, ਰਿਫਿਊਜ਼ਲ ਮੀਨਸ ਕਿ ਤੁਹਾਡੀ ਫਾਈਲ ਦੀ ਰਿਪਰੈਜ਼ੈਂਟੇਸ਼ਨ ਹੀ ਵਧੀਆ ਹੈਗੀ। ਦੇਖੋ ਬੈਨ ਇੱਕ ਚੀਜ਼ ਅਲੱਗ ਹੈ ਕਿ ਤੁਹਾਡਾ ਕੋਈ ਤੁਸੀਂ ਕੋਈ ਫੇਕ ਡਾਕੂਮੈਂਟ ਦਿੱਤਾ ਜਾਂ ਵੀਜ਼ਾ ਆਫਿਸਰ ਨੂੰ ਤੁਹਾਡੀ ਕੋਈ ਚੀਜ਼ ਨਹੀਂ ਪਸੰਦ ਆਈ ਤੇ ਤੁਹਾਨੂੰ ਉਹਨੇ ਇਸ ਕੰਟਰੀ ਲਈ ਬੈਨ ਕਰ ਦਿੱਤਾ। ਬਾਕੀ ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ। ਔਰ ਬਾਕੀ ਗੁੜੀਆ, ਜੇ ਤੁਹਾਨੂੰ ਮੀਨਵਾਈਲ ਆਨਲਾਈਨ ਕਲਾਸਿਸ ਵੀ ਲਗਾਉਣੇ ਪੈਂਦੇ ਤੁਸੀਂ ਲਗਾਓ। ਔਰ ਬਾਕੀ ਜਦੋਂ ਤੁਹਾਡੀ ਟਰਨ ਆਏਗੀ ਆਸਟ੍ਰੇਲੀਆ ਤੁਹਾਨੂੰ ਵੈਲਕਮ ਕਰੂਗਾ। ਬਾਕੀ ਆਸਟ੍ਰੇਲੀਆ ਲਈ ਦੇਰੀ ਨਾ ਕਰੋ। ਇਸ ਟਾਈਮ ਜੋ ਜੈਨ ਇਨਟੇਕ ਹੈਗਾ ਉਹਦੇ ਵਿੱਚ ਸੀਟ ਦੀ ਅਵੇਲੇਬਿਲਿਟੀ, ਜੇ ਤੁਸੀਂ ਅੱਛੀ ਯੂਨੀਵਰਸਿਟੀ ਅਕੋਰਡਿੰਗ ਟੂ ਯੂਰ ਚੋਇਸ ਚਾਹੁੰਦੇ ਹੋ, ਇਸ ਚੀਜ਼ ਲਈ ਡਿਲੇ ਨਾ ਕਰੋ। ਐਜ਼ ਅਰਲੀ ਤੁਸੀਂ ਆਪਣੀ ਐਪਲੀਕੇਸ਼ਨ ਲਾਂਚ ਕਰੋ। ਜੀ ਬਿਲਕੁਲ। ਤੇ ਆਪਾਂ ਜਿਵੇਂ ਕਿ ਪਹਿਲਾਂ ਕੈਨੇਡਾ ਦੀ ਹੀ ਗੱਲ ਕਰ ਰਹੇ ਸੀ ਕਿ ਕਿਹੜੇ ਖਾਸ ਪੁਆਇੰਟਸ ਤੇ ਸਟੂਡੈਂਟਸ ਨੂੰ ਧਿਆਨ ਰੱਖਣਾ ਚਾਹੀਦਾ। ਐਸਓਪੀ ਦੀ ਜਿੱਥੇ ਗੱਲ ਆ ਜਾਂਦੀ ਹੈ, ਸਟੂਡੈਂਟਸ ਆਪਣੀ ਸਾਰੀ ਵਾਕਡੋਰ ਜੋ ਹੈ ਏਜੰਟ ਦੇ ਹੱਥ ਦੇ ਦਿੰਦੇ ਨੇ, ਆਪਾਂ ਕੰਸਲਟੈਂਟ ਦੇ। ਜੇ ਤਾਂ ਚੰਗਾ ਕੰਸਲਟੈਂਟ ਹੋਏਗਾ ਉਹਨਾਂ ਦੀ ਐਸਓਪੀ ਵਧੀਆ ਬਣ ਜਾਂਦੀ ਹੈ। ਪਰ ਇੱਥੇ ਵੀ ਅਵੇਅਰ ਹੋਣਾ ਸਟੂਡੈਂਟ ਲਈ ਬਹੁਤ ਜ਼ਰੂਰੀ ਹੈ ਆਪਣੀ ਐਸਓਪੀ ਨੂੰ ਲੈ ਕੇ। ਦੇਖੋ ਮੈਮ, ਅਸੀਂ ਦਾਅਵੇ ਤਾਂ ਵਲੇ ਕਰਦੇ ਹਾਂ ਕਿ ਯਾਰ ਐਸਓਪੀ ਸਾਡੇ ਕੋਲ, ਐਸਓਪੀ ਸਾਡੇ। ਦੇਖੋ ਜੋ ਗੋਰਿਆਂ ਦੀ ਫੋਰਨਰ ਦੀ ਸੋਚ ਹੈ ਨਾ, ਦੇ ਜਸਟ ਵਾਂਟ ਕਿ ਯਾਰ ਇੰਨਾ ਐਕਸਪਲੋਰਿੰਗ ਨਹੀਂ ਚਾਹੁੰਦੇ ਉਹ ਜਸਟ ਚਾਹੁੰਦੇ ਕਿ ਸਾਨੂੰ ਬਰੀਫ ਡਿਸਕ੍ਰਿਪਸ਼ਨ ਚਾਹੀਦੀ ਹੈ। ਮਤਲਬ ਕਿ ਛੋਟੇ ਵਰਡਿੰਗ ਦੇ ਵਿੱਚ ਪ੍ਰੋਪਰਲੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ, ਠੀਕ ਹੈ। ਜੋ ਟੈਕਨੀਕਲ ਐਸੈਟਸ ਹੈ, ਜੋ ਤੁਹਾਨੂੰ ਸੈਟਲਿੰਗ ਬੋਰਡ ਸਰਵਿਸਿਜ਼ ਕੀ ਦੇ ਰਿਹਾ ਹੈ ਕਿ ਜੋ ਵੀ ਅਸੀਂ ਸਾਡੀ ਐਸਓਪੀ ਹੈ, ਫਾਈਲ ਦੀ ਰਿਪਰੈਜ਼ੈਂਟੇਸ਼ਨ ਹੈ, ਉਹ ਅਸੀਂ ਬਾਏ ਦਾ ਲਾਇਰ ਪੈਨਲ ਕਰਾਉਂਦੇ ਹਾਂ। ਕਿਉਂਕਿ ਕਿਸੇ ਵੀ ਤਰ੍ਹਾਂ ਦਾ ਅਸੀਂ ਆਰ ਫੈਕਟਰ ਨਹੀਂ ਚਾਹੁੰਦੇ ਤੁਹਾਡੀ ਫਾਈਲ ਦੇ ਵਿੱਚ, ਕਿ ਰਿਸਕ ਨਹੀਂ ਲੈਣਾ ਚਾਹੁੰਦੇ। ਜੋ ਵੀ ਸਾਡੀ ਐਸਓਪੀ ਦੀ ਰਿਪਰੈਜ਼ੈਂਟੇਸ਼ਨ ਹੈ ਬਾਏ ਦਾ ਲਾਇਰ ਹੁੰਦੀ ਹੈ, ਜਿਹਦੇ ਨਾਲ ਸਾਡੀ ਵੀਜ਼ਾ ਰੇਸ਼ੋ ਕਹਿ ਲਓ ਕੰਪੈਰੀਜ਼ਨ ਲੈਵਲ ਟੂ ਅਦਰ ਐਸੈਟਸ ਅੱਛੀ ਹੈਗੀ ਹੈ। ਔਰ ਬਾਕੀ ਜੋ ਦੇਖੋ ਗੱਲ ਨਹੀਂ ਸਮਝੇ, ਹੁਣ ਸਾਡਾ ਮੇਨ ਪਰਪਸ ਕੀ ਹੁੰਦਾ ਕਿ ਬਿਫੋਰ ਫਾਈਲਿੰਗ, ਕਿ ਤੁਹਾਡੀ ਜਦੋਂ ਅਸੀਂ ਫਾਈਲ ਲੌਂਚਮੈਂਟ ਕਰਨੀ ਹੈ, ਸਾਡਾ ਜੋ ਵੈਲ ਟ੍ਰੇਨਡ ਸਟਾਫ ਹੈਗਾ ਉਹਦਾ ਮੇਜਰ
ਮੇਜਰ ਕੰਸਰਨ ਕੀ ਹੁੰਦਾ ਸਾਡੇ ਆਪਰੇਸ਼ਨ ਫਾਈਲਿੰਗ ਟੀਮ ਦਾ ਕਿ ਜਦੋਂ ਤੁਹਾਡੀ ਫਾਈਲ ਰੈਡੀ ਹੋ ਗਈ ਹੈ ਅਸੀਂ ਮੈਜੋਰਟੀ ਮੇਰੀ ਇਹੀ ਹੈ ਕਿ ਕਲਾਇੰਟ ਆਫਿਸ ਆਏ ਉਹਦੇ ਸਾਹਮਣੇ ਅਸੀਂ ਫਾਈਲ ਰਿਪਰੈਜ਼ੈਂਟ ਕਰੀਏ ਐਮਬੈਸੀ ਚ ਲਾਂਚ ਕਰੀਏ ਕਿ ਯਾਰ ਵਾਕਈ ਤੁਹਾਨੂੰ ਕਲੈਰਿਟੀ ਹੋਏ ਕਿ ਤੁਹਾਡੇ ਅਸੀਂ ਐਪਲੀਕੇਸ਼ਨ ਫਾਰਮ ਚ ਕੀ ਡਿਟੇਲਸ ਭਰੀ ਹੈ ਕੀ ਐਸਓਪੀ ਲਾਈ ਹੈ ਕਿਉਂਕਿ ਮੈਮ ਇਹ ਚੀਜ਼ਾਂ ਨਾ ਅੱਗੇ ਜਾ ਕੇ ਦੁੱਖ ਦਿੰਦੀਆਂ ਦੁੱਖ ਇਨ ਦਾ ਸੈਂਸ ਅਸੀਂ ਕਈ ਵਾਰ ਇਹ ਵੀ ਸੋਚਦੇ ਹਾਂ ਕਿ ਯਾਰ ਸਾਡਾ ਵੀਜ਼ਾ ਆ ਗਿਆ ਵੀਜ਼ਾ ਆਉਣ ਤੋਂ ਬਾਅਦ ਅਸੀਂ ਇੱਥੇ ਇਮੀਗ੍ਰੇਸ਼ਨ ਕਲੀਅਰ ਕਰਨਗੇ ਇਮੀਗ੍ਰੇਸ਼ਨ ਕਲੀਅਰ ਹੋਇਆ ਜਾਂ ਦਿੱਲੀ ਤੋਂ ਫਲਾਈ ਕਰਕੇ ਕੈਨੇਡਾ ਜਾ ਕੇ ਰੋਕ ਲਿਆ ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿ ਤੁਹਾਡੀ ਫਾਈਲ 'ਚ ਅਸੀਂ ਲਾਇਆ ਕੀ ਹੈ ਕੀ ਨਹੀਂ ਲਗਾਇਆ ਕੀ ਤੁਸੀਂ ਚੀਜ਼ ਪੇ ਕੀਤੀ ਹੈ ਉਹ ਚੀਜ਼ਾਂ ਮੈਟਰ ਅਪ ਕਰਦੀਆਂ ਸੋ ਓਵਰਆਲ ਐਸਓਪੀ ਇਜ਼ ਦਾ ਬੈਕਬੋਨ ਆਫ ਯੂਰ ਵੀਜ਼ਾ ਬਿਲਕੁਲ ਬਿਲਕੁਲ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਵਧੀਆ ਮੈਮ ਮੈਂ ਨਾ ਦਿਲਬਾਗ ਬੋਲ ਰਿਹਾ ਸੀ ਅੰਮ੍ਰਿਤਸਰ ਤੋਂ ਹਾਂਜੀ ਕੀ ਸਵਾਲ ਬਾਰੇ ਪੁੱਛਣਾ ਸੀਗਾ ਮੈਮ ਪ੍ਰੋਫਾਈਲ ਦੱਸ ਦਿਓ ਆਪਣੀ ਮੈਂ ਨਾ 2016 ਚ +2 ਕੀਤੀ ਹੈ ਜੀ ਆਫਟਰ ਦੈਟ ਮੈਂ 3 ਸਾਲ ਦਾ ਡਿਪਲੋਮਾ ਜੀ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਚ ਅੱਛਾ ਜੀ ਮੇਰੇ ਮੈਮ 6 ਬੈਂਡ ਨੇ ਇੱਕ ਚੋਂ 5.5 ਨੇ ਮੈਮ ਤੇ ਮੈਨੂੰ ਐਸਡੀਐਸ ਕਾਲਜ ਮਿਲ ਸਕਦਾ ਮੈਮ ਓਕੇ ਜੀ ਹਾਂਜੀ ਮੈਮ ਜੀ ਬਿਲਕੁਲ ਦਿਲਬਾਗ ਜੀ ਤੁਸੀਂ ਆਨਸਰ ਆਪਣਾ ਟੀਵੀ ਤੇ ਸੁਣੋ ਦੇਖੋ ਫਸਟ ਆਫ ਆਲ ਇਹ ਚੀਜ਼ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਕਈ ਬੱਚੇ ਹੈਗੇ ਆ ਕਾਲਜ ਨੂੰ ਕੰਪੈਰੀਜ਼ਨ ਕਰਦੇ ਹੈਗੇ ਆ ਐਸਡੀਐਸ ਦੇ ਨਾਲ ਦੇਖੋ ਕਾਲਜ ਕਹ ਲਓ ਕਿ ਐਸਡੀਐਸ ਨੋਨ ਐਸਡੀਐਸ ਇਜ਼ ਨੋਟ ਅ ਕਾਲਜ ਬਿਲਕੁਲ ਇਟਸ ਜਸਟ ਅ ਕੈਟਾਗਰੀ ਕਿ ਤੁਹਾਡੀ ਫਾਈਲ ਕਿਸ ਚ ਲਾਂਚ ਹੋ ਰਹੀ ਹੈ ਜੇ ਤੁਹਾਡੇ 6 ਚ ਹੈ ਸਾਲ ਦੀ ਫੀਸ ਪੇ ਕੀਤੀ ਹੈ ਜੀਆਈਸੀ ਪੇ ਕੀਤਾ ਹੈ ਤਾਂ ਦੈਟਸ ਤੁਹਾਡੀ ਕੈਟਾਗਰੀ ਐਸਡੀਐਸ ਹੈ ਦੇਖੋ ਡੀਅਰ ਦਿਲਬਾਗ ਜੀ ਇਹਦੇ ਵਿੱਚ ਤੁਹਾਨੂੰ ਅੱਛਾ ਪਬਲਿਕ ਕਾਲਜ ਮਿਲ ਜੂਗਾ ਕਾਫੀ ਅੱਛੇ ਕਾਲਜਸ ਹੈਗੇ ਜੋ ਓਵਰਆਲ 6 ਚੋਂ 5.5 ਦੇ ਵਿੱਚ ਤੁਹਾਨੂੰ ਪਬਲਿਕ ਕਾਲਜ ਐਡਮਿਸ਼ਨ ਦੇ ਦੇਣਗੇ ਬਾਕੀ ਜਦੋਂ ਤੁਸੀਂ 3 ਸਾਲ ਦਾ 16 ਤੋਂ 19 ਤੁਸੀਂ ਡਿਪਲੋਮਾ ਕੀਤਾ ਹੈ ਜੇ ਤੁਹਾਡੇ ਕੋਲ ਪ੍ਰੋਪਰਲੀ ਅੱਗੇ ਵਰਕਿੰਗ ਐਕਸਪੀਰੀਅੰਸ ਹੈਗਾ ਹੇਅਰਸ ਅ ਗੋਲਡਨ ਅਪਰਚੂਨਿਟੀ ਬਿਕੋਜ਼ ਐਕਚੁਅਲੀ ਕੀ ਹੈਗਾ ਇੱਕ ਟੈਕਨੀਕਲੀ ਐਸੈਟਸ ਦੀ ਹਰ ਇੱਕ ਕੰਟਰੀ ਨੂੰ ਡਿਮਾਂਡ ਹੈ ਔਰ ਕੈਨੇਡਾ ਮੇਜੋਰਟੀ ਜੇ ਦੇਖਿਆ ਜਾਏ ਆਪਾਂ ਫਲੈਸ਼ਬੈਕ ਦੀ ਵੀਜ਼ਾ ਰੇਸ਼ੋ ਕਲੀਅਰ ਕਰੀਏ ਤੇ ਕੰਪੈਰੀਜ਼ਨ ਲੈਵਲ ਟੂ ਅਦਰ ਐਸੈਟਸ ਮੈਡੀਕਲ ਔਰ ਟੈਕਨੀਕਲ ਸੈਕਟਰ ਹਮੇਸ਼ਾ ਉੱਤੇ ਰਿਹਾ ਜੀ ਬਿਲਕੁਲ ਵੀਜ਼ਾ ਰੇਸ਼ੋ ਵੀ ਉੱਤੇ ਰਹੀ ਹੈ ਸੋ ਆਸਟ੍ਰੇਲੀਆ ਕੈਨੇਡਾ ਲਈ ਤੁਸੀਂ ਵੈਲਕਮ ਹੋ ਜੀ ਬਿਲਕੁਲ ਤੇ ਫਿਲਹਾਲ ਹੁਣ ਆਪਾਂ ਤੁਹਾਨੂੰ ਮਿਲਵਾਨੇ ਉਹਨਾਂ ਸਟੂਡੈਂਟਸ ਦੇ ਨਾਲ ਜਿਨ੍ਹਾਂ ਨੇ ਸੈਟਲਿੰਗ ਅਬਰੋਡ ਤੋਂ ਆਪਣੀ ਫਾਈਲ ਪ੍ਰੋਸੈਸ ਕਰਵਾਈ ਸੀ ਉਹਨਾਂ ਦਾ ਵੀਜ਼ਾ ਲੱਗ ਚੁੱਕਿਆ ਹੈ ਉਹਨਾਂ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਉਹਨਾਂ ਦੀ ਜ਼ੁਬਾਨੀ ਹੀ ਸੁਣਦੇ ਹਾਂ ਸੁਭਾਸ਼ ਮਹਾਜਨ ਸੈਟਲਿੰਗ ਅਬਰੋਡ ਸਰਵਿਸਿਜ਼ ਮੋਹਾਲੀ ਤੋਂ ਅੱਜ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਕੈਨੇਡਾ ਦਾ ਇੱਕ ਸਟੱਡੀ ਵੀਜ਼ਾ ਹੋਰ ਅਚੀਵ ਕਰ ਲਿਆ ਸੋ ਇਹਨਾਂ ਦੀ ਪ੍ਰੋਫਾਈਲ ਦੇ ਵਿੱਚ ਕਾਫੀ ਜ਼ਿਆਦਾ ਕਹਿ ਲਓ ਕਿ ਲੀਨੀਐਂਸੀ ਸੀ ਜਿਸ ਦੇ ਕਰਕੇ ਅੱਜ ਦਾ ਵੀਜ਼ਾ ਅਚੀਵ ਕਰ ਲਿਆ ਸੋ ਕੰਗ੍ਰੈਚੁਲੇਸ਼ਨ ਮੈਮ ਕਿ ਤੁਹਾਡਾ ਕੈਨੇਡਾ ਦਾ ਵੀਜ਼ਾ ਆ ਗਿਆ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਕਿ ਤੁਹਾਡਾ ਸਾਡੀ ਕੰਪਨੀ ਦੇ ਨਾਲ ਕਿਸ ਕੋਡਿੰਗ ਰਿਹਾ ਫਸਟਲੀ ਮੈਂ ਇਹਨਾਂ ਦਾ ਸ਼ੋ ਟੀਵੀ ਤੇ ਦੇਖਿਆ ਸੀਗਾ ਐਂਡ ਆਫਟਰ ਦੈਟ ਮੈਂ ਇਹਨਾਂ ਕੋਲੇ ਆਨਲਾਈਨ ਹੀ ਮਤਲਬ ਅਪਲਾਈ ਕੀਤਾ ਸੀਗਾ ਐਂਡ ਵਿਦਿਨ 9 ਡੇਜ਼ ਦੇ ਵਿੱਚ ਮੇਰੀ ਆਫਰ ਲੈਟਰ ਆ ਗਈ ਸੀਗੀ ਐਂਡ ਹੁਣ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਮਤਲਬ ਇਹਨਾਂ ਨੇ ਵੀਜ਼ਾ ਅਪਰੂਵਡ ਕੀਤਾ ਮੇਰਾ ਐਂਡ ਮੈਂ ਸਾਰੇ ਸਟੂਡੈਂਟਸ ਨੂੰ ਸੁਜੈਸਟ ਕਰਦੀ ਹਾਂ ਕਿ ਇਹਨਾਂ ਦੀ ਟੀਮ ਤੋਂ ਤੁਸੀਂ ਫਾਈਲ ਅਪਲਾਈ ਕਰੋ ਤਾਂ ਕਿ ਤੁਸੀਂ ਵੀਜ਼ਾ ਮਤਲਬ ਪ੍ਰਾਪਤ ਕਰੋ ਜਲਦੀ ਕੈਨੇਡਾ ਦੀ ਪਾਸਪੋਰਟ ਰਿਕੁਐਸਟ ਅਚੀਵ ਕਰ ਲਈ ਹੈ ਔਰ ਇਸ ਕੋਵਿਡ ਦੀ ਸਿਚੁਏਸ਼ਨ ਦੇ ਵਿੱਚ ਔਰ ਹਾਰਡਲੀ ਇਹਨਾਂ ਦੀ ਫਾਈਲ ਅਸੀਂ 15 ਦਿਨ ਪਹਿਲਾਂ ਐਮਬੈਸੀ 'ਚ ਲਾਂਚ ਕੀਤੀ ਸੀ ਜਿਨ੍ਹਾਂ ਵਿੱਚ ਇਹਨਾਂ ਦੇ ਆਪਾਂ ਬਾਇਓਮੈਟ੍ਰਿਕ ਵੀ ਕਰਵਾ ਦਿੱਤੇ ਔਰ ਅੱਜ ਸਾਡੇ ਕੋਲ ਪਾਸਪੋਰਟ ਰਿਕੁਐਸਟ ਆ ਗਈ ਹੈ ਸੋ ਕੰਗ੍ਰੈਚੁਲੇਸ਼ਨ ਮੈਮ ਕਿ ਤੁਹਾਡੀ ਪਾਸਪੋਰਟ ਰਿਕੁਐਸਟ ਆ ਗਈ ਹੈ ਸੋ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਕਿ ਸਾਡੇ ਸਟਾਫ ਮੈਂਬਰ ਨਾਲ ਕਿਸ ਕੋਡਿੰਗ ਰਿਹਾ ਹਾਂਜੀ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਇਹੀ ਦੱਸਣਾ ਚਾਹਾਂਗੀ ਕਿ ਮੈਂ ਬਹੁਤ ਜਲਦੀ ਆਪਣੀ ਪੀਪੀਆਰ ਰਿਕੁਐਸਟ ਅਸੈਪਟ ਕੀਤੀ ਹੈ ਈਵਨ ਕਿ ਇਸ ਕੋਵਿਡ ਸਿਚੁਏਸ਼ਨ ਦੇ ਵਿੱਚ ਵੀ ਮੈਂ 15 ਡੇਜ਼ ਬਿਫੋਰ ਆਪਣੀ ਫਾਈਲ ਸਬਮਿਟ ਕਰਵਾ ਕੇ ਉਸ ਤੇ 15 ਡੇਜ਼ ਦੇ ਅੰਡਰ ਹੀ ਬਾਇਓਮੈਟ੍ਰਿਕ ਕਰਵਾ ਕੇ ਤੇ ਆਪਣੀ ਪਾਸਪੋਰਟ ਸਬਮਿਸ਼ਨ ਦੀ ਰਿਕੁਐਸਟ ਅਸੈਪਟ ਕਰ ਲਈ ਹੈ ਮੈਂ ਹੋਪਫੁਲੀ ਇਹ ਦੱਸ ਰਹੀ ਹਾਂ ਕਿ ਜੋ ਸਟਾਫ ਹੈ ਉਹਨਾਂ ਦਾ ਐਕਸਪੀਰੀਅੰਸ ਬਹੁਤ ਹੀ ਜ਼ਿਆਦਾ ਵਧੀਆ ਤੇ ਮੈਂ ਜੋ ਵੀ ਕੈਨੇਡਾ ਜਾਣ ਦੀ ਪ੍ਰੈਫਰੈਂਸ ਦੇਣਾ ਚਾਹੁੰਦੇ ਉਹਨਾਂ ਨੂੰ ਕਹਾਂਗੀ ਕਿ ਉਹ ਇਹਨਾਂ ਨਾਲ ਕੋਆਰਡੀਨੇਸ਼ਨ ਜ਼ਰੂਰ ਕਰਨ ਤੇ ਮੈਂ ਸਾਰਿਆਂ ਦਾ ਥੈਂਕਫੁਲ ਦੀ ਗੱਲ ਆ ਮੇਰੀ ਐਸਐਸ ਟੀਮ ਦੀ ਲਈ ਕਿ ਅਸੀਂ ਅੱਜ ਇੱਕ ਹੋਰ ਕੈਨੇਡਾ ਦਾ ਸਟੱਡੀ ਵੀਜ਼ਾ ਅਚੀਵ ਕਰ ਲਿਆ ਸੋ ਮੇਰਾ ਕੰਗ੍ਰੈਚੁਲੇਸ਼ਨ ਫॉर ਯੂਰ ਕੈਨੇਡਾ ਵੀਜ਼ਾ ਸੋ ਤੁਹਾਡਾ ਜੋ ਵੀ ਐਕਸਪੀਰੀਅੰਸ ਸੀ ਸਾਡੀ ਕੰਪਨੀ ਦੇ ਨਾਲ ਤੁਸੀਂ ਸ਼ੇਅਰ ਆਊਟ ਕਰੋ I was planning to go to Canada and then I saw their advertisement on the television and I visited them and then we planned for Canada and within 10 to 15 days they applied for my offer letter and I got it and within 3 months now I've got my visa. ਸੋ ਤੁਸੀਂ ਜਾਣਿਆ ਕਿ ਕਿਸ ਤਰੀਕੇ ਨਾਲ ਸੈਟਲਿੰਗ ਅਬਰੋਡ ਨੇ ਇਹਨਾਂ ਸਟੂਡੈਂਟਸ ਨੂੰ ਗਾਈਡ ਕੀਤਾ ਹੈਲਪ ਕੀਤੀ ਕਿ ਕਿਸ ਵੇ ਦੇ ਨਾਲ ਇਹ ਚੱਲਣ ਤੇ ਇਹਨਾਂ ਨੇ ਉਸੇ ਤਰੀਕੇ ਨਾਲ ਚੱਲ ਕੇ ਆਪਣਾ ਵੀਜ਼ਾ ਹਾਸਲ ਕਰ ਲਿਆ ਬਹੁਤ ਖੁਸ਼ ਨੇ ਸੋ ਤੁਸੀਂ ਵੀ ਆਪਣੇ ਸੁਪਨਿਆਂ ਦੇ ਨਗਰੀ ਉੱਥੇ ਪਹੁੰਚ ਸਕਦੇ ਹੋ ਜਿਹੜੀ ਵੀ ਕੰਟਰੀ ਲਈ ਤੁਸੀਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਸਹੀ ਤਰੀਕੇ ਨਾਲ ਸਹੀ ਗਾਈਡੈਂਸ ਦੇ ਨਾਲ ਜਦੋਂ ਚੱਲੋਗੇ ਤਾਂ ਵੀਜ਼ਾ ਤੁਹਾਡੇ ਤੋਂ ਦੂਰ ਨਹੀਂ ਹੈ ਤੇ ਹੋਰ ਜਾਣਕਾਰੀ ਅਗਰ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਸਕਰੀਨ ਤੇ ਲਗਾਤਾਰ ਨੰਬਰ ਵੀ ਡਿਸਪਲੇ ਹੋ ਰਿਹਾ ਵਿਜ਼ਿਟ ਕਰਨਾ ਚਾਹੁੰਦੇ ਹੋ ਅਗਰ ਸੈਟਲਿੰਗ ਅਬਰੋਡ ਦੇ ਆਫਿਸ ਤਾਂ ਫਿਰ ਤੋਂ ਦੱਸ ਦੇਣੀ ਹੈ ਸੈਕਟਰ 3
3B2 ਮੋਹਾਲੀ ਵਿੱਚ ਇਹਨਾਂ ਦਾ ਆਫਿਸ ਹੈ। ਤੁਸੀਂ ਡਾਕੂਮੈਂਟਸ ਲੈ ਕੇ ਆਓ, ਵਿਜ਼ਿਟ ਕਰੋ ਤਾਂ ਕਿ ਸਹੀ ਤਰੀਕੇ ਨਾਲ ਅਸੈਸਮੈਂਟ ਹੋ ਸਕੇ ਤੇ ਤੁਹਾਨੂੰ ਪਤਾ ਲੱਗ ਸਕੇ ਕਿ ਕਿਹੜੀ ਆਪਸ਼ਨਸ ਹਾਲੇ ਵੀ ਤੁਹਾਡੇ ਲਈ ਅਵੇਲੇਬਲ ਨੇ। ਆਪਾਂ ਗੱਲ ਕਰ ਚੁੱਕੇ ਹਾਂ ਕੈਨੇਡਾ ਔਰ ਆਸਟ੍ਰੇਲੀਆ ਦੀ, ਤੇ ਗੱਲ ਜ਼ਰੂਰ ਕਰਨਾ ਚਾਹਾਂਗੇ ਜੋ ਮੈਂ ਅਕਸਰ ਹੁਣ ਕਈ ਸ਼ੋਜ਼ ਦੇ ਵਿੱਚ ਡਿਸਕਸ ਕਰਦੀ ਹਾਂ ਕਿ ਵਿਦ ਆਇਲਸ ਵਾਲਿਆਂ ਲਈ ਤਾਂ ਬਹੁਤ ਸਾਰੀ ਆਪਸ਼ਨਸ ਹੈ, ਲੇਕਿਨ ਵਿਦਆਊਟ ਆਇਲਸ ਵਾਲਿਆਂ ਲਈ ਅੱਜ ਦੇ ਸਮੇਂ ਵਿੱਚ ਕਿਹੜੀ ਬੈਸਟ ਆਪਸ਼ਨਸ ਹੈ ਜਿਸ ਦਾ ਉਹ ਹਲੇ ਵੀ ਯੂਜ਼ ਕਰ ਸਕਦੇ ਨੇ ਤੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ। ਜੀ ਬਿਲਕੁਲ ਮੈਮ, ਇਹ ਮੈਂ ਵੀ ਇਸ ਟੌਪਿਕ ਨੂੰ ਕਰਨਾ ਚਾਹੁੰਦਾ ਸੀ। ਦੇਖੋ ਜ਼ਰੂਰੀ ਨਹੀਂ ਕਿ ਤੁਸੀਂ ਵਿਦ ਆਇਲਟਸ ਹਰ ਕੰਟਰੀ 'ਚ ਸੈਟਲ ਹੋ ਸਕਦੇ ਹੋ। ਹੇਅਰਸ ਅ ਗੁੱਡ ਆਪਸ਼ਨਸ ਵਿਦਆਊਟ ਆਇਲਟਸ ਵੀ ਤੁਸੀਂ ਨੰਬਰ ਆਫ ਅੱਛੀ ਕੰਟਰੀਜ਼ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਸੈਟਲ ਕਰ ਸਕਦੇ ਹੋ। ਜਦੋਂ ਵਿਦਆਊਟ ਆਇਲਟਸ ਦੀ ਗੱਲ ਆਉਂਦੀ ਹੈ ਤੇ ਮੇਰਾ ਫਸਟਲੀ ਜੋ ਕਹੋ ਕਿ ਦਿਮਾਗ ਦੀ ਕੰਟੀ ਹੈਗੀ ਹੈ ਸਿੱਧੀ ਵੱਜਦੀ ਹੈਗੀ USA ਦੇ ਉੱਤੇ। ਦੇਖੋ USA ਕਿੱਦਾਂ ਦੀ ਕੰਟਰੀ ਹੈ ਕਿ ਚਾਹੇ ਤੁਸੀਂ ਆਇਲਟਸ ਕੀਤੀ ਨਹੀਂ ਕੀਤੀ, ਤੁਹਾਡੇ ਬੈਂਡ ਸਕੋਰ ਘੱਟ ਹੈ, ਤੁਹਾਡਾ ਗੈਪ ਹੈਗਾ, ਇਫ ਯੂ ਕਲੀਅਰਿੰਗ ਦਾ ਇੰਟਰਵਿਊ USA ਤੁਹਾਨੂੰ ਵੈਲਕਮ ਕਰੂਗਾ। ਸੋ ਫਸਟ ਆਪਸ਼ਨ USA ਹੈਗਾ ਵਿਦਆਊਟ ਆਇਲਟਸ ਦੇ ਲਈ। ਉਸ ਤੋਂ ਬਾਅਦ ਤੁਸੀਂ UK ਵਿੱਚ ਜਾ ਸਕਦੇ ਹੋ। ਸ਼ੈਨਿਗਨ ਸਾਈਡ ਅੱਛੇ ਆਪਸ਼ਨਸ ਹੈਗੇ ਆ ਕਿ ਜਿੱਥੇ ਤੁਸੀਂ ਆਪਣੇ ਕੈਰੀਅਰ ਨੂੰ ਕਰ ਸਕਦੇ ਹੋ। ਦੇਖੋ ਐਕਚੁਅਲੀ ਕੀ ਹੈਗਾ, ਫਸਟ ਆਫ ਆਲ ਜਿਹੜਾ ਆਪਾਂ ਵਿਦਆਊਟ ਆਇਲਟਸ ਕਹਿੰਦੇ ਆ ਜਾਂ ਆਇਲਟਸ ਦਾ ਵਿਦਆਊਟ ਆਇਲਟਸ ਦਾ ਡਿਫਰੈਂਸ਼ੀਏਟ ਕੀ ਹੈ। ਹੁਣ ਗੱਲ ਸਮਝੋ ਤੁਸੀਂ, ਸਾਡਾ ਔਰ ਅਬਰੋਡ ਦੀ ਜੋ ਵੀ ਕੰਟਰੀਜ਼ ਹੈ ਉਹਦਾ ਤੇ ਸਾਡਾ ਇੱਕ ਲੈਂਗੁਏਜ ਬੈਰੀਅਰ ਹੈ। ਲਾਈਕ ਜਿਵੇਂ ਸਾਡੀ ਇੱਕ ਆਫੀਸ਼ੀਅਲ ਲੈਂਗੁਏਜ ਕਹਿ ਲਓ ਪੰਜਾਬੀ ਹੈ, ਹਿੰਦੀ ਹੈ ਤੇ ਕੁਝ ਲੋਕ ਇੰਗਲਿਸ਼ ਵੀ ਬੋਲ ਲੈਂਦੇ ਆ। ਉਹ ਗੋਰਿਆਂ ਦੀ ਕੰਟਰੀ 'ਚ ਸਿਰਫ ਚਲਦੀ ਹੀ ਇੰਗਲਿਸ਼ ਹੈ। ਤੇ ਉਹ ਐਕਚੁਅਲੀ ਵਿਦਆਊਟ ਆਇਲਟਸ ਜਾਂ ਵਿਦ ਆਇਲਟਸ ਨੂੰ ਕਿਉਂ ਡਿਫਰੈਂਸ਼ੀਏਟ ਕਰਦੇ ਆ ਕਿ ਜੇ ਕੱਲ ਨੂੰ ਅਸੀਂ ਇਹਨਾਂ ਨੂੰ ਆਪਣੀ ਕੰਟਰੀ 'ਚ ਬੁਲਾਉਂਦੇ ਆ, ਕਿਆ ਇਹ ਲੋਕ ਇੱਥੇ ਆ ਕੇ ਸਰਵਾਈਵ ਕਰ ਸਕਦੇ ਆ। ਹੁਣ ਐਕਚੁਅਲੀ ਕੀ ਹੁੰਦਾ, ਤੁਸੀਂ ਨੰਬਰ ਆਫ ਕੰਟਰੀਜ਼ ਕਿਆ ਆਪਾਂ ਮੀਨਵਾਈਲ ਫਲੈਸ਼ਬੈਕ 'ਚ ਸੁਣਿਆ ਜਾਂ ਕਰੰਟ ਸਿਨੈਰੀਓ 'ਚ ਸੁਣਦੇ ਆ ਕਿ ਯਾਰ ਬੱਚੇ ਦਾ ਵਿਦਆਊਟ ਆਇਲਟਸ ਵੀਜ਼ਾ ਆ ਗਿਆ। ਹੁਣ ਵਿਦਆਊਟ ਆਇਲਟਸ ਵੀਜ਼ਾ ਆ ਗਿਆ ਮੀਨਸ ਦੋ ਕੰਡੀਸ਼ਨਸ ਹੁੰਦੀਆਂ। ਹੋ ਸਕਦਾ ਹੈ ਬੱਚੇ ਨੂੰ ਪ੍ਰੀ ਸੈਸ਼ਨਲ ਫਾਊਂਡੇਸ਼ਨ ਕੋਰਸ ਕਰ ਰਿਹਾ। ਪ੍ਰੀ ਸੈਸ਼ਨਲ ਇਨ ਦਾ ਸੈਂਸ ਕਿ ਉੱਥੋਂ ਦਾ LE ਕੋਰਸ ਹੋ ਗਿਆ, ESL ਕੋਰਸ ਹੋ ਗਿਆ, ਕਿ ਪਹਿਲਾਂ ਬੱਚਾ ਉੱਥੇ ਜਾ ਕੇ ਉਹਨਾਂ ਦੀ ਭਾਸ਼ਾ ਨੂੰ ਸਮਝਦਾ, ਦੈਨ ਆਪਣੀ ਮੇਜਰ ਸਟੱਡੀ ਨੂੰ ਸਟਾਰਟ ਡਾਊਨ ਕਰਦਾ। ਇਹਦੇ ਵਿੱਚ ਕੈਨੇਡਾ ਦੇ ਅੱਛੇ ਆਪਸ਼ਨਸ ਹੈ। ਕੈਨੇਡਾ ਵਿੱਚ ਅੱਛੇ ਕਾਲਜ ਹੈ, ਰਿਜ਼ਾਈਨਾ ਸਾਈਡ, ਸਸਕੈਚਮੈਨ ਦੇ ਵਿੱਚ, ਟੋਰਾਂਟੋ ਦੇ ਵਿੱਚ ਔਰ ਕਹਿ ਲਓ ਸਰੀ ਸਾਈਡ ਅੱਛੀ ਯੂਨੀਵਰਸਿਟੀਜ਼ ਹੈ ਕਿ ਜੇ ਬੱਚਾ 19-20 ਪਾਸ ਆਊਟ ਹੈਗਾ ਉਹਦੀ ਇੰਗਲਿਸ਼ ਦੇ ਵਿੱਚੋਂ 70 ਅਬਵ ਪਰਸੈਂਟੇਜ ਹੈਗੀ ਹੈ, ਦੇ ਆਫਰਿੰਗ ਯੂ ਦਾ ਡਾਇਰੈਕਟ ਸਟੱਡੀ ਕਿ ਤੁਸੀਂ ਡਾਇਰੈਕਟ ਸਟੱਡੀ ਕਰ ਸਕਦੇ ਹੋ। ਕਾਫੀ ਹੁਣ ਤੁਸੀਂ ਵੇਖਿਆ ਹੋਊਗਾ ਕੈਨੇਡਾ ਦੇ ਨੰਬਰ ਆਫ ਕਾਲਜਿਸ ਹੈਗੇ ਆ ਜਿਨ੍ਹਾਂ ਦਾ ਹੁਣ ਇੰਡੀਆ ਦੇ ਵਿੱਚ ਗਲੋਬਲੀ ਕਾਫੀ ਟਾਈ ਅਪ ਹੈਗਾ ਕਿ ਤੁਸੀਂ ਸਾਲ ਇੱਕ ਸਟੱਡੀ ਇੱਥੇ ਕਰੋ ਤੇ 2 ਸਾਲ ਦੀ ਸਟੱਡੀ ਸਾਡੇ ਕੋਲ ਉੱਥੇ ਆ ਕੇ ਕਰੋ, ਜਿਵੇਂ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਹੈ ਨਾ, ਫੈਨਸ਼ਾ ਕਾਲਜਿਸ ਹੈਗਾ। ਸੋ ਇਹ ਨਹੀਂ ਹੈਗਾ ਕਿ ਤੁਸੀਂ ਵਿਦਆਊਟ ਆਇਲਟਸ ਕੀਤੀ ਹੈ ਤੇ ਤੁਸੀਂ ਬਾਹਰ ਨਹੀਂ ਜਾ ਸਕਦੇ। ਕਾਫੀ ਜ਼ਿਆਦਾ ਆਪਸ਼ਨਸ ਹੈਗੇ ਆ ਜੋ ਤੁਸੀਂ ਵਿਦਆਊਟ ਆਇਲਟਸ ਦੇ ਨਾਲ ਵੀ ਆਪਣੇ ਕੈਰੀਅਰ ਨੂੰ ਅੱਛੀ ਇੱਕ ਸਕਸੈਸ ਰੇਟ ਦੇ ਉੱਤੇ ਲੈ ਕੇ ਜਾ ਸਕਦੇ ਹੋ। ਜੀ ਬਿਲਕੁਲ। ਸੋ ਇਸੇ ਤਰੀਕੇ ਨਾਲ ਕਿਉਂਕਿ ਹਰੇਕ ਪ੍ਰੋਫਾਈਲ ਡਿਫਰੈਂਟ ਹੁੰਦੀ ਹੈ, ਚਾਹੇ ਅਸੀਂ ਜਿੰਨਾ ਮਰਜ਼ੀ ਵਿਦਆਊਟ ਆਇਲਟਸ ਵੀ ਮੈਂ ਕਈ ਵਾਰ ਜ਼ਿਕਰ ਕਰਦੀ ਹਾਂ, ਪਰ ਫਿਰ ਵੀ ਗੱਲ ਜ਼ਰੂਰ ਆਉਂਦੀ ਕਿ ਤੁਹਾਡੀ ਹਰੇਕ ਦੀ ਪ੍ਰੋਫਾਈਲ ਡਿਫਰੈਂਟ ਹੁੰਦੀ ਹੈ। ਤੁਹਾਡੀ ਪਹਿਲਾਂ ਦੀ ਕੁਆਲੀਫਿਕੇਸ਼ਨ ਕਿਵੇਂ ਦੀ ਰਹੀ ਹੈ, ਤੁਹਾਡੀ ਪਰਸੈਂਟੇਜ ਕਿਵੇਂ ਦੀ ਹੈ, ਜਾਂ ਤੁਹਾਡਾ ਆਇਲਟਸ ਸਕੋਰ ਕਿੰਨਾ ਹੈ। ਸੋ ਉਹ ਸਾਰੀਆਂ ਚੀਜ਼ਾਂ ਨੂੰ ਅਸੈਸ ਕਰਕੇ ਹੀ ਜੋ ਹੈ ਤੁਹਾਨੂੰ ਪਤਾ ਲੱਗ ਸਕੇਗਾ ਕਿ ਤੁਹਾਡੇ ਲਈ ਸਹੀ ਆਪਸ਼ਨ ਕੀ ਰਹਿ ਸਕਦੀ ਹੈ ਇਸ ਵੇਲੇ। ਤਾਂ ਆਪਾਂ UK ਦੀ ਵੀ ਥੋੜਾ ਹੋਰ ਡਿਟੇਲ ਵਿੱਚ ਗੱਲ ਕਰ ਲਈਏ ਕਿਉਂਕਿ UK ਨੂੰ ਲੈ ਕੇ ਸਟੂਡੈਂਟਸ ਦੇ ਮਨ ਵਿੱਚ ਬੜਾ ਰਹਿੰਦਾ ਕਿ ਚਲੋ ਇੱਕ ਜਦੋਂ ਪੇਰੈਂਟਸ ਦੇਖਦੇ ਨੇ ਕਿ ਆਪਾਂ ਸਪਾਊਸ ਦੇ ਨਾਲ ਹੀ ਭੇਜਣਾ, ਖਾਸ ਤੌਰ ਤੇ ਅਗਰ ਲੜਕੀਆਂ ਦੀ ਗੱਲ ਕਰੀਏ ਤਾਂ ਪੇਰੈਂਟਸ ਸਿਕਿਉਰ ਫੀਲ ਕਰਦੇ ਨੇ ਕਿ ਚਲੋ ਕੋਈ ਇਹੋ ਜਿਹੀ ਥਾਂ ਹੋਵੇ ਜਿੱਥੇ ਹਸਬੈਂਡ ਵਾਈਫ ਦੋਵੇਂ ਇਕੱਠੇ ਹੀ ਚਲੇ ਜਾਣ। ਤਾਂ UK ਨੂੰ ਅੱਜ ਦੇ ਟਾਈਮ ਵਿੱਚ ਉਹ ਆਪਸ਼ਨ ਮੰਨਿਆ ਜਾ ਰਿਹਾ। ਜੀ ਬਿਲਕੁਲ। ਦੇਖੋ ਜੇ ਤੁਸੀਂ ਸਪਾਊਸ ਦੀ ਗੱਲ ਕਰ ਰਹੇ ਹੋ ਤੇ ਕਾਫੀ ਕੰਟਰੀਜ਼ ਹੈਗੀਆਂ ਜੋ ਸਪਾਊਸ ਨੂੰ ਸੇਮ ਡੇ ਅਲੋਂਗ ਟਰੈਵਲ ਕਰਨ ਦੀ ਪਰਮਿਸ਼ਨਸ ਦਿੰਦੀਆਂ। ਜਿਵੇਂ ਫਸਟਲੀ ਆਸਟ੍ਰੇਲੀਆ ਦੀ ਗੱਲ ਕਰੀਏ, ਜੇ ਤੁਸੀਂ ਦੋਨੋਂ ਗ੍ਰੈਜੂਏਟ ਹੋ ਤੁਸੀਂ ਜਾ ਸਕਦੇ ਹੋ, USA ਵੈਲਕਮ ਕਰਦਾ ਹੈ। ਠੀਕ ਹੈ। ਹੁਣ ਰਹੀ ਗੱਲ ਕੈਨੇਡਾ ਦੀ, ਕੈਨੇਡਾ ਦੇ ਵਿੱਚ ਕੀ ਹੈ ਕਿ ਸਪਾਊਸ ਰੁਕ ਕੇ ਜਾਂਦਾ 6 ਮਹੀਨਾ। ਉਹ UK ਕਿਉਂ ਕਰ ਰਿਹਾ ਕਿ UK ਸੇਮ ਡੇ ਟਰੈਵਲ ਦਾ ਆਪਸ਼ਨਸ ਦੇ ਰਿਹਾ ਵਿਦਆਊਟ ਐਨੀ TMCs ਕਿ ਕੋਈ ਟਰਮਸ ਐਂਡ ਕੰਡੀਸ਼ਨ ਨਹੀਂ ਹੈਗੀ, ਬਸ ਉਹਨਾਂ ਦਾ ਹੈਗਾ ਕਿ ਟਾਇਰ 4D ਤੁਸੀਂ ਚੂਜ਼ ਕਰ ਰਹੇ ਹੋ ਤੇ ਤੁਹਾਨੂੰ ਵੀਜ਼ਾ ਦਊਗਾ UK। ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਮੈਮ, ਮਨਜੋਤ ਗੱਲ ਕਰ ਰਹੀ ਹਾਂ ਮੋਗਾ ਤੋਂ। ਹਾਂਜੀ, ਕੀ ਸਵਾਲ ਹੈ? ਮੈਂ ਨਾ ਗ੍ਰੈਜੂਏਸ਼ਨ ਕੀਤੀ ਹੈ 19 ਦੇ ਵਿੱਚ ਜੀ। ਹਾਂਜੀ। ਤੇ ਓਵਰਆਲ 6 ਨੇ ਮੈਮ, ਈਚ ਵੀ 6 ਨੇ। ਅੱਛਾ ਜੀ। ਮੈਂ ਕੈਨੇਡਾ ਦਾ ਅਪਲਾਈ ਕੀਤਾ 2 ਵਾਰ, ਮੇਰਾ ਕੇਸ ਰਿਫਿਊਜ਼ ਹੋ ਗਿਆ ਸੀ। ਓਕੇ ਜੀ। ਤੇ ਮੈਂ ਹੁਣ 3rd ਟਾਈਮ ਅਪਲਾਈ ਕਰਨਾ ਹੈ। ਮੈਂ ਪੁੱਛਣਾ ਸੀਗਾ ਕਿ ਹੁਣ ਚਾਂਸਸ ਹੈਗੇ ਨੇ ਵੀਜ਼ਾ ਦੇ, ਮੈਮ ਰਿਸਕ ਲਵਾਂ ਜਾਂ ਨਾ? ਮਨਜੋਤ ਤੁਹਾਡਾ ਕਾਲਜ ਕਿਹੜਾ ਸੀ 2 ਵਾਰ ਜੋ ਤੁਸੀਂ ਰਿਫਿਊਜ਼ ਹੋਏ ਹੋ? ਪਹਿਲਾਂ ਸਰ ਸੈਂਟ ਕਲੇਅਰ ਕਾਲਜ ਸੀਗਾ। ਓਕੇ। GIC ਨਹੀਂ ਕਰਵਾਇਆ ਸੀ, ਏਜੰਟ ਨੇ ਫੰਡ ਸ਼ੋ ਕਰਵਾਏ ਸੀ। ਠੀਕ ਹੈ। ਤੇ ਦੂਸਰੀ ਵਾਰ ਵੀ ਫੰਡ ਹੀ ਸੀਗੇ ਸਰ, ਕਾਲਜ ਸੇਮ ਸੀ। ਜੀ ਬਿਲਕੁਲ। ਜੋ ਮਨਜੋਤ ਤੁਸੀਂ ਆਨਸਰ ਸਕਰੀਨ ਤੇ ਸੁਣੋ, ਮੈਨੂੰ ਤਾਂ ਹੁਣ ਹਾਸਾ ਹੀ ਆ ਗਿਆ ਇਸ ਚੀਜ਼ ਦੇ ਉੱਤੇ। ਹੁਣ ਦੇਖੋ ਜੋ ਅਸੀਂ ਪਹਿਲੇ ਸ਼ੋਅ ਸਟਾਰਟ ਹੋਣ ਤੇ ਇੱਕ ਟੌਪਿਕ ਛੇੜਿਆ ਸੀ ਕਿ ਇੱਕ ਸੇਫ ਹੈਂਡਸ ਲਾਈਕ ਅੱਛਾ ਏਜੰਟ ਜੀ ਉਹ ਤੁਹਾਡੇ ਲਈ ਬਹੁਤ ਜ਼ਿਆਦਾ ਸਿਕਿਉਰ ਹੈ। ਇਕੱਲਾ ਇਹ ਨਹੀਂ ਕਿ ਤੁਸੀਂ ਇਨਵੈਸਟ ਕਰਕੇ ਤੁਸੀਂ ਕਰ ਲਓ। ਦੇਖੋ ਹੁਣ ਐਕਚੁਅਲ 'ਚ ਕੀ ਹੈ,
ਬੱਚਾ ਗ੍ਰੈਜੂਏਟ ਪਾਸ ਹੈ, ਫਰੈਸ਼ ਪ੍ਰੋਫਾਈਲ ਇੱਕ ਤਰ੍ਹਾਂ ਦੀ ਹੈ ਨਾ, ਬੱਚੇ ਨੇ ਸੈਂਟ ਕਲੇਅਰ ਕਾਲਜ ਵੀ ਲੈ ਲਿਆ, 6 ਸੀਜ਼ ਬੈਂਡ ਸਕੋਰ ਹੈ, ਲੇਕਿਨ ਏਜੰਟ ਦੀ ਬੇਵਕੂਫੀ ਦੇਖੋ, ਫੀਸ ਭਰਵਾ ਦਿੱਤੀ ਜੇ ਤੁਹਾਨੂੰ ਕਮਿਸ਼ਨ ਆਉਣੀ ਸੀ, ਪਰ ਲੇਕਿਨ GIC ਨਹੀਂ ਕਰਾਇਆ। ਹੁਣ ਤੁਸੀਂ ਸੋਚੋ ਕਿ ਯਾਰ ਹਾਈ ਕਮਿਸ਼ਨ ਤੁਹਾਨੂੰ ਕਿਵੇਂ ਵੀਜ਼ਾ ਦੇਊਗੀ। ਇਹਦੇ ਵਿੱਚ ਲੈਕ ਆਫ ਅਵੇਅਰਨੈਸ ਕਹਿ ਸਕਦੇ ਬੱਚੇ ਦੀ ਸਾਈਡ ਤੋਂ ਵੀ ਔਰ ਏਜੰਟ ਦੀ ਸਾਈਡ ਤੋਂ ਵੀ, ਜਿਨੇ ਜਸਟ ਆਪਣਾ ਲਾਲਚ ਦਿਖਿਆ, ਇਹ ਨਹੀਂ ਵੇਖਿਆ ਕਿ ਯਾਰ GIC ਕਰਾ ਕੇ ਵੀਜ਼ਾ ਆ ਸਕਦਾ ਸੀ। ਸੋ ਦੇਖੋ ਮਨਜੋਤ, ਤੁਸੀਂ ਆਪਣਾ ਆਰਾਮ ਨਾਲ ਵੀਜ਼ਾ ਲੈ ਸਕਦੇ ਹੋ, ਕੋਈ ਲੋੜ ਨਹੀਂ ਕੈਪਸ ਨੋਟ ਕਢਾਉਣ ਦੀ, ਕਿਸੇ ਤਰ੍ਹਾਂ ਜਾਣ ਦੀ। ਜਸਟ ਤੁਸੀਂ ਬਾਰ-ਬਾਰ ਰਿਫਿਊਜ਼ ਹੋ ਰਹੇ ਹੋ, ਤੁਸੀਂ ਬੇਸ਼ੱਕ ਕੈਪਸ ਨੋਟ ਕਢਾ ਲਓ ਆਪਣੇ, ਤੁਸੀਂ ਆਪਣਾ ਲਿਵਿੰਗ ਐਕਸਪੈਂਸ ਹੀ ਨਹੀਂ ਸ਼ੋਅ ਕੀਤਾ। ਨੋ ਡਾਊਟ ਤੁਸੀਂ ਫੰਡ ਸ਼ੋਅ ਕਰਵਾ ਰਹੇ ਹੋ, ਫੰਡਸ ਤੁਹਾਡੇ ਲਈ ਪ੍ਰੋਪਰਲੀ ਤੁਹਾਡੇ ਟ੍ਰਿਪ ਦਾ ਲੌਂਗ ਰੂਟ ਨਹੀਂ ਹੈਗੇ, ਇਸ ਚੀਜ਼ ਨੂੰ ਸਮਝੋ। GIC ਮਸਟ ਹੈ, ਜੇ ਪ੍ਰੋਪਰ ਤੁਸੀਂ SDS ਦੇ ਵਿੱਚ ਫਾਈਲ ਲਾ ਰਹੇ ਹੋ ਤੇ ਤੁਹਾਡਾ ਵੀਜ਼ਾ ਜ਼ਰੂਰ ਆਊਗਾ। ਹੁਣ ਬਾਈ ਡਿਫਾਲਟ ਹੈ, ਜੇ ਤੁਸੀਂ ਰਿਫਿਊਜ਼ ਹੋ ਗਏ ਹੋ, ਮੈਂ ਤੁਹਾਨੂੰ ਹਜੇ ਵੀ ਕਹਿੰਦਾ ਕਿ ਤੁਸੀਂ ਇੱਕ ਵਾਰੀ ਡਾਕੂਮੈਂਟੇਸ਼ਨ ਲੈ ਕੇ ਮੇਰੇ ਨਾਲ ਆਫਿਸ ਵਿਜ਼ਿਟ ਕਰੋ। ਜੇ ਤੁਸੀਂ ਸੈਂਟ ਕਲੇਅਰ ਤੋਂ ਫੀਸ ਵਾਪਸ ਕਰਾ ਲਈ ਹੈ, ਜਸਟ ਤੁਸੀਂ ਗੁੜੀਆ ਕੁਛ ਨਹੀਂ, ਤੁਸੀਂ GIC ਕਰਾਓ, ਬਾਕੀ ਪੈਕੇਜ ਮੈਂ ਦੇਣਾ। ਐਕਚੁਅਲ ਕੀ ਹੈਗਾ ਕਿ ਆਪਣੇ ਨਾ ਪੰਜਾਬ ਜਾਂ ਏਰੀਆ ਦੇ ਵਿੱਚ ਕਿਆ ਚੀਜ਼ਾਂ ਹੈਗੀਆਂ, ਜਦੋਂ ਬੰਦਾ 1-2 ਵਾਰ ਰਿਫਿਊਜ਼ ਹੋ ਜਾਂਦਾ ਨਾ, ਤੇ ਬੰਦਾ ਫਾਈਨੈਂਸ਼ੀਅਲੀ ਆਪਣੇ ਆਪ ਨੂੰ ਬਹੁਤ ਤੋੜ ਲੈਂਦਾ। ਬਿਲਕੁਲ ਕਿ ਯਾਰ ਹੁਣ ਅੱਗੇ ਕਿਵੇਂ ਕਰਾਂਗੇ, ਹੈ ਨਾ। ਹੁਣ ਪਤਾ ਨਹੀਂ ਯਾਰ ਕਿਵੇਂ ਕੋਈ ਬੰਦਾ ਪੈਸੇ ਲਾ ਰਿਹਾ, ਕਿਉਂਕਿ ਦੇਖੋ ਹਰ ਇੱਕ ਬੰਦੇ ਦੇ ਪੈਸੇ ਦੇ ਨਾਲ ਇੱਕ ਇਮੋਸ਼ਨਸ ਵੀ ਜੁੜੇ ਹੈ। ਬਿਲਕੁਲ ਜੋ ਮੇਜਰ ਐਸੈਟਸ ਅੱਜ ਦੇ ਟਾਈਮ ਤੇ ਹੈਗਾ। ਹੁਣ ਦੇਖੋ ਬੰਦਾ ਡਰ ਗਿਆ ਯਾਰ ਕਿ 2 ਵਾਰ ਰਿਫਿਊਜ਼ ਹੋ ਗਿਆ, ਪੈਸੇ ਦਾ ਲੋਸ ਹੋ ਗਿਆ, ਦੇਖੋ ਡਿਮੋਟੀਵੇਟ ਹੋ ਜਾਂਦਾ ਬਹੁਤ ਜ਼ਿਆਦਾ। ਗੱਲ ਨਹੀਂ ਸਮਝੇ ਤੁਸੀਂ, ਅੱਜ $18 ਫੀਸ ਭੇਜ ਦਿੱਤੀ, ਅੱਜ ਡਾਲਰ ਕੁਛ ਸੀ, ਕੱਲ ਨੂੰ ਤੁਹਾਡੇ ਡਾਲਰ ਕੱਟ ਕੇ ਆਏ, ਤੇ ਬੰਦਾ ਸੋਚਦਾ ਯਾਰ ਵੀਜ਼ਾ ਤਾਂ ਆਇਆ ਨਹੀਂ, 2 ਵਾਰ ਲੋਸ ਹੋ ਗਿਆ। ਐਕਚੁਅਲੀ ਮਨਜੋਤ, ਮੈਂ ਤੁਹਾਨੂੰ ਫਿਰ ਤੁਹਾਡੇ ਟੌਪਿਕ ਨੂੰ ਛੇੜ ਰਿਹਾ। ਐਕਚੁਅਲੀ ਕੀ ਕਰੋ, ਤੁਸੀਂ ਇੱਕ ਵਾਰ ਆਪਣੇ ਪੇਪਰ ਵਰਕ ਦੇ ਨਾਲ ਮੇਰੇ ਵਿਜ਼ਿਟ ਕਰੋ ਆਫਿਸ, ਜਸਟ ਤੁਸੀਂ GIC ਕਰਾਓ ਔਰ ਇੱਕ ਐਮਬੈਸੀ ਫੀਸ ਪੇ ਕਰੋ। ਬਾਕੀ ਰੈਦਰ ਦੈਨ ਜੋ ਵੀ ਖਰਚਾ ਹੈ ਉਹ ਅਸੀਂ ਪੇ ਕਰਾਂਗੇ ਵਾਂਸ ਯੂ ਗੈਟ ਦਾ ਵੀਜ਼ਾ ਆਉਣ ਤੋਂ ਬਾਅਦ ਮੈਂ ਤੁਹਾਨੂੰ ਜੋ ਵੀ ਤੁਹਾਡੇ ਚਾਰजेस ਹੋਣਗੇ ਅਸੀਂ ਤੁਹਾਡੇ ਕੋਲ ਲਵਾਂਗੇ। ਉਹ ਸਪੈਸ਼ਲ ਉਹਨਾਂ ਬੱਚਿਆਂ ਦੇ ਲਈ ਇੱਕ ਡਾਇਰੈਕਟਲੀ ਮੇਰਾ ਮੈਸੇਜ ਹੈ ਜੋ 1 ਵਾਰ 2 ਵਾਰ ਰਿਫਿਊਜ਼ ਹੋ ਗਏ ਹੈ, ਓਵਰਆਲ 6 ਈਚ ਹੈ, 6.5 ਹੈ, ਓਵਰਆਲ 6 ਚੋਂ 5.5 ਹੈ, 2 ਚੋਂ 5.5 ਹੈ, ਵਰੀਡ ਹੈਗੇ ਹੈ, ਫਾਈਨੈਂਸ਼ਲੀ ਹੈਗੀ ਹੈ, ਕਿਸੇ ਤਰ੍ਹਾਂ ਦਿੱਕਤ ਹੈਗੀ ਹੈ, ਉਹ ਤੁਸੀਂ ਸਾਡੇ ਨਾਲ ਕੰਸਲਟ ਕਰੋ ਜੀ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਨਪ੍ਰੀਤ ਹੈ ਜੀ, ਮੈਂ ਸੋਰੀ ਤੋਂ ਗੱਲ ਕਰ ਰਿਹਾ। ਹਾਂਜੀ, ਕੀ ਸਵਾਲ ਹੈ ਤੁਹਾਡਾ? ਮੈਡਮ ਮੈਂ BSc ਐਗਰੀਕਲਚਰ ਕੀਤੀ ਹੈ ਜੀ 2018 ਪਾਸ ਕਰਨ ਤੇ ਮੈਂ ਬਰਾਊਂਡਾ UK ਜਾਣਾ ਚਾਹੁੰਦਾ ਹਾਂ। ਅੱਛਾ ਜੀ, UK ਜਾਣਾ ਚਾਹੁੰਦੇ ਹੋ। ਪਰਸੈਂਟੇਜ ਕਿੰਨੀ ਹੈ ਮਨਪ੍ਰੀਤ ਤੁਹਾਡੀ? ਮੇਰੀ 75% ਹੈ ਜੀ। ਠੀਕ ਹੈ, ਤੇ 18 ਤੋਂ ਬਾਅਦ ਕੀ ਕਰਦੇ ਸੀ ਤੁਸੀਂ? ਮੈਂ ਫਰੀ ਹਾਂ, 18 ਤੋਂ ਬਾਅਦ ਕੁਝ ਵੀ ਨਹੀਂ ਕੀਤਾ। ਓਕੇ, ਖੇਤੀਬਾੜੀ ਹੈਗੀ ਹੈ ਆਪਣੀ? ਹਾਂਜੀ ਜ਼ਮੀਨ ਹੈਗੀ ਆ ਆਪਣੇ ਕੋਲ 4.5 ਕਿੱਲੇ। ਚਲੋ ਵਧੀਆ। ਜੋ ਮਨਪ੍ਰੀਤ ਤੁਸੀਂ ਨਾ ਆਪਣਾ ਜਵਾਬ TV ਸਕਰੀਨ ਤੇ ਸੁਣੋ। ਦੇਖੋ ਬੇਸਿਕਲੀ ਕੀ ਹੈਗਾ ਕਿ ਬੱਚੇ ਨੇ BSc ਐਗਰੀਕਲਚਰ ਕੀਤੀ ਹੈ, 2018 ਦਾ ਪਾਸ ਆਊਟ ਹੈਗਾ, ਲੇਕਿਨ ਵਿਦਆਊਟ ਆਈਲੈਟਸ ਹੈ। ਹੁਣ ਮੇਜਰ ਕਰਕਸ ਕੀ ਹੈ ਕਿ ਵਿਦਆਊਟ ਆਈਲੈਟਸ ਤੁਸੀਂ UK 'ਚ ਐਡਮਿਸ਼ਨ ਵੀ ਲੈ ਲੋਗੇ, ਤੁਹਾਡੀ ਐਡਮਿਸ਼ਨ ਵੀ ਹੋ ਜੂਗੀ, ਤੁਸੀਂ ਫੀਸ ਪੇ ਕਰਕੇ ਤੁਹਾਡਾ ਕੈਸ਼ ਵੀ ਆ ਜਾਊਗਾ, ਲੇਕਿਨ ਐਟ ਦ ਐਂਡ ਇੱਕ ਚੀਜ਼ ਨੂੰ ਸਮਝੇ ਅਸੀਂ ਸਭ ਕੁਝ ਕਰਾ ਕੇ ਸਾਨੂੰ ਐਮਬੈਸੀ ਦੇ ਦਰਵਾਜ਼ੇ ਤੇ ਜਾਣੇ ਪੈਣਾ। ਬਿਲਕੁਲ ਸਮਝ ਰਹੇ ਗੱਲ ਨੂੰ। ਕੱਲਾ ਐਡਮਿਸ਼ਨ ਲੈਣਾ ਮੇਨ ਮੋਟੋ ਨਹੀਂ ਹੈਗਾ। ਐਕਚੁਅਲੀ ਕੰਸਰਨ ਕੀ ਹੈਗਾ ਕਿ ਜੇ ਤੁਸੀਂ 18 ਪਾਸ ਆਊਟ ਹੋ, ਜਿਵੇਂ ਤੁਹਾਨੂੰ ਮੈਂ ਪੁੱਛਿਆ ਜੀ ਤੁਹਾਡੇ ਕੋਲ ਐਗਰੀਕਲਚਰਸ ਹੈਗੀ ਹੈ, ਤੁਹਾਡੇ ਕੋਲ 4.5 ਕਿੱਲੇ ਜ਼ਮੀਨ ਹੈਗੀ ਹੈ, ਸੋ ਇਹਦੇ ਉੱਤੇ ਅਸੀਂ ਖੇਤੀਬਾੜੀ ਦਾ ਦਿਖਾ ਕੇ, ਜਨਰਲ ਫਾਰਮ ਵਰਕਰ ਦਾ ਦਿਖਾ ਕੇ ਆਪਾਂ ਪ੍ਰੋਪਰਲੀ ਗੈਪ ਨੂੰ ਜਸਟੀਫਾਈ ਕਰ ਸਕਦੇ ਹਾਂ ਔਰ ਆਰਾਮ ਨਾਲ ਵੀਜ਼ਾ ਲੈ ਸਕਦੇ ਹਾਂ। ਔਰ ਬਾਕੀ ਮਨਪ੍ਰੀਤ ਤੁਹਾਨੂੰ ਇੱਕ ਚੀਜ਼ ਮੈਂ ਕਲੀਅਰ ਕਰਦਾ, ਇਹਦੇ ਉੱਤੇ ਤੁਹਾਡੇ ਕੋਲ ਅੱਛੇ ਆਪਸ਼ਨਸ ਆ ਜੈਨ ਇਨਟੇਕ ਦੇ ਲਈ, ਇਨਰ ਲੰਡਨ ਦੇ ਵਿੱਚ ਵੀ, ਆਊਟਰ ਲੰਡਨ ਦੇ ਵਿੱਚ ਵੀ। ਜੇ ਤੁਸੀਂ ਇਸ ਪ੍ਰੋਫਾਈਲ ਤੇ ਮੇਰੇ ਨਾਲ ਪੈਕੇਜ ਕਰਨਾ ਚਾਹੁੰਦੇ ਹੋ ਤੇ ਪੈਕੇਜ ਦੇ ਆਪਸ਼ਨਸ ਵੀ ਹੈਗੇ ਆ। ਬਾਕੀ ਜੋ ਅਸੀਂ ਇਸ ਵੀਕ ਦੇ ਵਿੱਚ ਪ੍ਰੋਪਰਲੀ ਸਾਡੀ ਜੋ ਕਹਿ ਲਓ ਕਿ ਨਵੇਂ ਬਿਜ਼ਨਸ ਮੀਟਿੰਗ ਦੇ ਵਿੱਚ ਜੋ ਸਾਡਾ ਕੰਕਲੂਜਨ ਕੱਢਿਆ, ਜੋ ਇਸ ਮੈਂ ਸ਼ੋਅ ਦੇ ਵਿੱਚ ਸਪੈਸ਼ਲੀ ਕਹਿਣਾ ਚਾਹੂੰਗਾ, ਲਾਈਕ ਉਹਨਾਂ ਬੱਚਿਆਂ ਦੇ ਲਈ ਜੋ ਅੰਡਰ ਪਾਵਰਟੀ ਲਾਈਨ ਹੈਗੇ ਆ ਜਾਂ ਜਿਨ੍ਹਾਂ ਦੇ ਬੈਂਡ ਸਕੋਰ ਹੈਗੇ ਆ, ਫਾਈਨੈਂਸ਼ੀਅਲੀ ਇਸ਼ੂ ਹੈ ਕਿ ਯਾਰ ਕੱਲਾ GIC ਪੇ ਕਰ ਸਕਦੇ ਆ ਜਾਂ ਕੱਲੀ ਟਿਊਸ਼ਨ ਫੀਸ ਪੇ ਕਰ ਸਕਦੇ ਆ, ਉਹ ਬੱਚਿਆਂ ਨੂੰ ਮੈਂ ਵੈਲਕਮ ਕਰਦਾ ਕਿ ਸਾਡੇ ਕੋਲ ਪ੍ਰੋਪਰਲੀ ਆਪਣੀ ਇੱਕ ਟੋਟਲੀ ਫਾਈਨਾਂਸ ਟੀਮ ਹੈਗੀ ਹੈ ਜਿਹਦੇ ਵਿੱਚ ਉਹਨਾਂ ਦਾ ਅਸੀਂ ਟਿਊਸ਼ਨ ਫੀਸ ਦਾ ਔਰ ਆਈਦਰ ਇਨ ਦਾ ਇਮੀਗ੍ਰੇਸ਼ਨ ਹਿਸਟਰੀ ਅਸੀਂ GIC ਦਾ ਵੀ ਲੋਨ ਕਰਵਾਉਣ ਦੀ ਉਹਨਾਂ ਨੂੰ ਫੈਸਿਲਿਟੀ ਪ੍ਰੋਵਾਈਡ ਕਰਾਂਗੇ। ਪਰ ਲੇਕਿਨ ਕੰਡੀਸ਼ਨ ਕੀ ਹੈ ਕਿ ਮੇਕ ਸ਼ੋਰ ਉਹਨਾਂ ਦੇ 6 ਚ ਮਤਲਬ ਕਹਿ ਲਓ ਕਿ ਪ੍ਰੋਪਰ SDS ਕੇਸ ਹੋਵੇ ਤੇ ਅਸੀਂ ਪ੍ਰੋਪਰਲੀ ਐਫਰਟਸ ਜ਼ਰੂਰ ਲਗਾਵਾਂਗੇ ਉਹਨਾਂ ਦੇ। ਜੀ ਬਿਲਕੁਲ। ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਡੇ ਕਈ ਸਵਾਲ ਜੋ ਹੈ ਅੱਜ ਦੇ ਇਸ ਸ਼ੋਅ ਤੋਂ ਵੀ ਕਲੀਅਰ ਹੋਏ ਹੋਣਗੇ ਤੇ ਤੁਸੀਂ ਹਮੇਸ਼ਾ ਦੀ ਤਰ੍ਹਾਂ ਸਾਨੂੰ ਆਪਣੀ ਕੁਐਰੀਜ਼ ਭੇਜਦੇ ਰਹਿ ਸਕਦੇ ਹੋ ਤਾਂ ਕਿ ਅਸੀਂ ਤੁਹਾਡੇ ਸਵਾਲਾਂ ਨੂੰ ਆਪਣੇ ਸ਼ੋਅ ਦੇ ਵਿੱਚ ਇਸੇ ਤਰ੍ਹਾਂ ਸ਼ਾਮਿਲ ਕਰਦੇ ਰਹੀਏ। ਸੋ ਇੱਕ ਵਾਰ ਫਿਰ ਤੋਂ ਕਹਿੰਦੀ ਹਾਂ ਕਿ ਅਗਰ ਤੁਹਾਡਾ ਕੋਈ ਪੁਆਇੰਟ ਕਲੀਅਰ ਹੋਣਾ ਰਹਿ ਗਿਆ ਤਾਂ ਸਕਰੀਨ ਤੇ ਜੋ ਨੰਬਰ ਹੈ ਉਸ ਦੇ ਉੱਪਰ ਕਾਲ ਕਰਕੇ ਤੁਸੀਂ ਡਿਸਕਸ ਕਰ ਸਕਦੇ ਹੋ। ਸੈਟਲਿੰਗ ਅਬਰੋਡ ਦਾ ਆਫਿਸ ਸੈਕਟਰ 3B2 ਮੋਹਾਲੀ ਵਿੱਚ ਹੈ। ਡਾਕੂਮੈਂਟਸ ਲੈ ਕੇ ਵਿਜ਼ਿਟ ਵੀ ਕਰ ਸਕਦੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਲਈ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।